वाहेगुरु जी का खालसा वाहेगुरु जी की फतेह। दसा गुरुआं दी हाजरा हजूर जोत गुरु ग्रंथ साहिब सच्चे पातशाह जी दी पावन हजूरी दा निगमान रही। गुरु प्यारी सत संगत जीओ, हर रोज की तरह अज भी आप सत्संग दीयां घड़ियां विच जुड़ बैठे हाँ। कल दे प्रकरणां विच आप जी ने सरवण कीता। जदों गोरखनाथ हार गया, पर इन्ना जान गया भी गुरु नानक साहब महाराज मेरे तो बद बली अते शक्तिशाली ने। शर्म दा मारा आलोप होके सिद्धां दी मंडली जा बैठा। इधर भाई मरदाना जी पुछदे ने, बाबा सूरज नजर नहीं आउंदा, चंद ते तारे क्यों नहीं दिसदे? इन्हां दा जवाब भी गुरु पातशाह जी ने दिता। फिर जिक्र चलिया ध्रुव तारे दा, किथे कै किन्नी क दूर है, वो किवें एडा महान बन गया। गुरु पातशाह ने सारी वार्ता सुनाई। इन्हां प्रसंगां दा आप जी ने बड़े आनंद विच बैठ के आनंद रस माणिया। आओ जिन्नी ये कथा है सिद्धां दे नाल चर्चा। गुरु नानक पातशाह जी दे पावन जीवन दी ये कह लो भी ये गोल्डन हिस्टरी है। उस वेले दे महान जति सती लोक सिद्ध हन, जिन्हां दा पानी कुल हिंदुस्तान दी कायनात भरदी है। गुरु बाबा जी सुमेर पर्वत ते बैठे ने, पर भाई मरदाना जी की जिद है, महाराज ध्रुव तारे ते लै चलो। जिथे आप इन्हां दा आनंद माणे आओ, कुछ समा सुरत नूं लैके चलीए उसे थां एकाग्रता बनाओ। झुकाओ सच्चे पातशाह जी नूं सीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। इस बिद हमको बूझ, दीन दुख भंजन, गामणे आगे बोहर, मन सिद गंजन। भाई बाला जी खडूर साहब दीयां संगतां दे विच बैठ के गुरु अंगद देव सतगुरां नूं ये रूहानी कथा सुना रहे हैं। जिन्ने भी ये प्रसंग ने ये रूहानीयत नाल भरे हुए ने, जिन्हों कहते हैं सच्चा धर्म। सतगुरु आखदे आ, बालिया वेख मरदाना की कहंदा है। ये कहंदा ध्रुव तारे ते लै चलो, तेरी की सलाह है? मैं गुरु साहब नूं आखिया, पातशाह जो भाई मरदाना जी कहंदे ने मेरा भी चित इहो ही करदा है। मेरा भी दिल करदा मैं ध्रुव तारे ते जावां। अज दे समय जे विग्यान तो पुछीए ध्रुव तारा किन्नी क दूर है, वो लिखदे आ 4000 प्रकाश बरा दूर। बड़ी लंबी दूरी है।
ਮਨੁੱਖਾ ਸਰੀਰ ਤੇ ਕਦੇ ਚਾਹ ਕੇ ਵੀ ਨਹੀਂ ਪਹੁੰਚ ਸਕਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਾਸਤੇ ਕੋਈ ਵੀ ਦੂਰੀ ਬ੍ਰਹਿਮੰਡ ਦੀ ਇੱਕ ਅੱਖ ਦੀ ਪਲਕ ਹੈ, ਝਪਕ ਹੈ। ਮੈਂ ਕਿਹਾ ਪਾਤਸ਼ਾਹ, ਜੇ ਭਾਈ ਮਰਦਾਨਾ ਜੀ ਇਸ ਗੱਲ ਦੀ ਜਿੱਦ ਕਰਦੇ ਆ ਤੇ ਜਿੱਦ ਵੀ ਚੰਗੀ ਹੈ, ਕਿਰਪਾ ਕਰੋ, ਤੁਹਾਡੇ ਤੋਂ ਬਗੈਰ ਸਾਨੂੰ ਉਸ ਮਹਾਂਪੁਰਖ ਰਾਜੇ ਧਰੂ ਨਾਲ ਨਹੀਂ ਕੋਈ ਮਿਲਾ ਸਕਦਾ, ਜਿਹਨੇ 36,000 ਵਰੇ ਦਾ ਰਾਜ ਕੀਤਾ, ਜਿਹਦਾ ਰਾਜ ਵੀ ਨਿਹਚਲ ਹੈ, ਅਟਲ ਹੈ, ਭਾਵੇਂ ਉਹ ਬੱਚਾ ਹੀ ਹੈ। ਸਾਡੇ ਬਚਨਾਂ ਨੂੰ ਸੁਣ ਕੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਦੋਨਾਂ ਨੂੰ ਥਾਪੜਾ ਦੇ ਕੇ ਕਹਿੰਦੇ ਚਲੋ ਫਿਰ ਉਸ ਪਾਸੇ ਚੱਲਦੇ ਆ। ਇੱਕ ਪਹਾੜ ਪਰ ਗਏ ਜਾਏ ਬੈਸੀ ਤਬੈ, ਹੋ ਊਨਾ ਤਾਕੋ ਨਾਮ ਬਤਾਇਓ ਗੁਰ ਤਬੈ। ਸੁਮੇਰ ਪਰਬਤ ਤੋਂ ਸਤਿਗੁਰੂ ਅੱਗੇ ਚੱਲੇ। ਸੁਮੇਰ ਪਰਬਤ ਦੇ ਦੂਜੇ ਪਾਸੇ ਸਿੱਧਾਂ ਦੀ ਮੰਡਲੀ ਬੈਠੀ ਹੈ, ਗੁਰੂ ਗੋਰਖ ਬੈਠੇ ਉਹਨਾਂ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਚੱਲਦੇ ਚੱਲਦੇ ਕਹਿੰਦੇ ਉਸ ਸੁਮੇਰ ਤੋਂ ਥੋੜਾ ਜਿਹਾ ਉੱਚਾ ਇੱਕ ਪਰਬਤ ਹੈ, ਜਿਹਦਾ ਨਾਮ ਹੈ ਊਨਾ ਪਰਬਤ। ਜਿਵੇਂ ਆਪਣੇ ਆ ਹਿਮਾਚਲ 'ਚ ਇੱਕ ਊਨਾ ਸ਼ਹਿਰ ਹੈ ਨਾ, ਸ਼ਹਿਰ ਨਹੀਂ, ਊਨਾ ਪਰਬਤ, ਸੇਮ ਉਸੇ ਨਾਮ ਦਾ। ਇਸ ਪਰਬਤ ਤੇ ਆ ਕੇ ਸਤਿਗੁਰ ਕੁਝ ਦੇਰ ਰੁਕੇ ਨੇ, ਕਿਉਂਕਿ ਇੱਥੇ ਆ ਕੇ ਤੇ ਇਦਾਂ ਹੀ ਲੱਗਦਾ ਹੈ ਹਰ ਪਾਸੇ ਹਨੇਰਾ ਹੀ ਹਨੇਰਾ, ਬ੍ਰਹਿਮੰਡ 'ਚ ਘੁੰਮ ਰਹੇ ਆ। ਗੁਰੂ ਬਾਬਾ ਜੀ ਕਹਿੰਦੇ ਮਰਦਾਨਿਆ, ਸਫ਼ਰ ਬਹੁਤ ਵੱਡਾ ਹੈ, ਕਿਉਂਕਿ ਧਰੂ ਤਾਰਾ ਸਾਡੀ ਧਰਤੀ ਦੇ ਨਾਲੋਂ 10 ਗੁਣਾ ਵੱਡਾ ਹੈ। ਹੁਣ ਤੁਸੀਂ ਸੋਚੋ ਧਰਤੀ ਕਿੰਨੀ ਕੁ ਵੱਡੀ ਹੈ ਜੀ, ਐਕਸਪਲੋਰ ਕਰ ਸਕਦੇ ਹਾਂ। ਜ਼ਿੰਦਗੀ ਲੰਘ ਜਾਂਦੀ ਆ ਬੰਦੇ ਦੀ, ਕੰਟਰੀਆਂ ਨਹੀਂ ਹੋਈਆਂ ਉਹਦੀਆਂ। ਇੱਕ ਕੰਟਰੀ ਚੋਂ ਨਿਕਲਿਆ ਦੂਜੀ ਚ, ਦੂਜੀ ਚੋਂ ਚੱਲਿਆ ਤੀਜੀ ਚ, 262 ਤੋਂ ਲੈ ਕੇ 206 ਤੱਕ ਛੋਟੇ ਵੱਡੀਆਂ ਕੰਟਰੀਆਂ ਮਿਲਾ ਕੇ ਕੁੱਲ ਦੁਨੀਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਦੂਰੀ ਬੜੀ ਹੈ, ਕਹਿੰਦੇ ਬਾਬਾ ਤੁਸਾਂ ਲਈ ਕੋਈ ਦੂਰੀ ਨਹੀਂ, ਸਾਨੂੰ ਆਸ ਹੈ, ਸਾਨੂੰ ਮਾਣ ਹੈ, ਬਿੰਦ ਪਲ ਚੁੱਖ ਦੇ ਵਿੱਚ ਸਾਨੂੰ ਲੈ ਚੱਲੋਗੇ। ਉਤ ਗੋਰਖ ਕੀ ਸੁਣੋ ਬਲਾਏ ਸਿੱਧ ਸਬੈ, ਬੈਠੇ ਮਜਲਸ ਲਾਏ ਕੀਏ ਆਸਨ ਤਬੈ। ਭਾਈ ਬਾਲਾ ਜੀ ਕਹਿੰਦੇ ਇੱਧਰ ਤੇ ਅਸੀਂ ਬੈਠੇ ਆ ਤੇ ਦੂਜੇ ਪਾਸੇ ਸਿੱਧਾਂ ਦੇ ਗੁਰੂ ਗੋਰਖਨਾਥ, ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਉੱਤੇ ਮਾਇਆਵੀ ਜਾਲ ਪਾਏ, ਪੱਥਰ ਵੀ ਉਲਟਾਏ, ਪਰ ਨਹੀਂ ਹਿਲਾ ਸਕੇ। ਆਪਣੇ ਸਿੱਧਾਂ 'ਚ ਬੈਠ ਕੇ ਉਹ ਮਜਲਸ ਕਰਦੇ ਆ। ਮਜਲਸ ਕੀ ਹੈ? ਸਲਾਹ, ਬਾਣੀ 'ਚ ਸ਼ਬਦ ਹੈ, ਮਜਲਸ ਕੀਤੀ ਲੱਭ ਕੀ ਪੀਪੀ ਕਰੇ ਖੁਆਰ ਚਰਚਾ। ਜਦ ਗੋਰਖਨਾਥ ਉੱਚੀ ਸਿਲ ਤੇ ਆ ਕੇ ਬੈਠੇ ਨੇ, ਸਿੱਧਾਂ ਨੇ ਆਖਿਆ ਆਦੇਸ਼ ਗੁਰੂ ਆਦੇਸ਼, ਆਦੇਸ਼ ਤੋਂ ਚਰਚਾ ਕਰਦਾ ਹੈ। ਕਹਿੰਦੇ ਗੁਰੂ ਜੀ ਸ਼ਿਕਨ ਕਿਉਂ ਹੈ ਤੁਹਾਡੇ ਚਿਹਰੇ ਤੇ, ਘੁੱਟੀਆਂ ਕਿਉਂ ਨੇ? ਤੁਸੀਂ ਤੇ ਸਾਨੂੰ ਸੁਖੀ ਬਣਾਉਂਦੇ ਹੋ, ਯੋਗ ਮਤ ਦੇ ਵਿੱਚ ਲੈ ਕੇ ਆਏ ਹੋ, ਸਾਨੂੰ ਸਿੱਧ ਪੁਰਸ਼ ਬਣਾਇਆ ਹੈ, ਤੁਹਾਡੇ ਚਿਹਰੇ ਤੇ ਸ਼ਿਕਨ। ਪਹਿਲਾਂ ਤੇ ਗੋਰਖਨਾਥ ਛਿਪਾਉਂਦੇ ਰਹੇ, ਕਿਉਂਕਿ ਗੋਰਖ ਜੀ ਨੂੰ ਲੱਗਦਾ ਸੀ ਮੈਂ ਗੁਰੂ ਨਾਨਕ ਸਾਹਿਬ ਨੂੰ ਹਰਾ ਦਿਆਂਗਾ ਚਰਚਾ 'ਚ, ਤੇ ਜੇ ਉਹ ਹਾਰ ਗਏ, ਉਹ ਦੁਨੀਆ ਦੇ ਰਾਜੇ ਨੇ ਤੇ ਉਹਨਾਂ ਦਾ ਗੁਰੂ ਮੈਂ ਹੋ ਜੂ। ਜੇ ਮੇਰੇ ਸੇਵਕ ਗੁਰੂ ਨਾਨਕ ਸਾਹਿਬ ਬਣਦੇ ਆ ਤੇ ਪੂਰੀ ਦੁਨੀਆ ਵਿੱਚ ਮੇਰੇ ਪੰਥ ਦਾ, ਮੇਰੇ ਧਰਮ ਦਾ ਪ੍ਰਚਾਰ ਹੋਏਗਾ, ਮੈਨੂੰ ਵੱਡਾ ਕਹਿਣਗੇ। ਪਰ ਉਹ ਨਹੀਂ ਪਾਇਆ। ਇਸ ਕਰਕੇ ਉਹ ਆਪਣੇ ਸਿੱਧਾਂ ਨੂੰ ਪੁੱਛਦਾ ਹੈ, ਕਹਿੰਦਾ ਮੈਂ ਇੱਕ ਐਸੇ ਸ਼ਖਸ ਨੂੰ ਮਿਲ ਕੇ ਆਇਆ ਜਿਹਨੂੰ ਹਰ ਰੱਬ ਦਾ ਅਵਤਾਰ ਕਹਿੰਦੇ ਨੇ। ਇਹ ਪਰ ਹੈ ਮ੍ਰਿਗ ਚਰਮ, ਸਿੰਘ ਕੋ ਕਹਿ ਲਿਓ, ਹੋ ਕਹਿ ਖਿੰਤਾ ਗਰ ਪਹਿਰ, ਜਾਹੀ ਰੰਗ ਭੋਕਿਓ। ਉਸ ਵੇਲੇ ਜੋ ਸਿੱਧਾਂ ਦੀ ਮੰਡਲੀ ਹੈ, ਸਭਾ ਹੈ, ਉਹਦਾ ਦ੍ਰਿਸ਼ ਪੇਸ਼ ਕਰਦੇ ਆ ਕਵੀ ਭਾਈ ਸੰਤੋਖ ਸਿੰਘ। ਛੋਟੀਆਂ ਵੱਡੀਆਂ ਸਿਲਾਂ, ਸਿਲ ਨਾਮ ਹੁੰਦਾ ਪੱਥਰ ਦਾ, ਉਹਨਾਂ ਤੇ ਸਿੱਧ ਬੈਠੇ ਆ। ਸਾਰੇ ਪਰਬਤ ਤੇ ਬਰਫ਼ ਜੰਮੀ ਹੈ, ਜਿਵੇਂ ਚਿੱਟੀ ਚਾਦਰ ਵਿਛਾਈ ਹੋਵੇ। ਗੋਰਖਨਾਥ
ਸਭ ਤੋਂ ਉੱਚੀ ਸਿਲਾ ਤੇ ਬੈਠੇ ਨੇ, ਉੱਚੇ ਪੱਥਰ ਤੇ ਬੈਠੇ ਨੇ। ਇਹ ਬੈਠੇ ਨੇ ਸ਼ੇਰ ਦੀ ਖੱਲ ਵਿਛਾ ਕੇ। ਕੁਝ ਸਿੱਧਾਂ ਨੇ ਮ੍ਰਿਗਸ਼ਾਲਾ ਲਈ ਹੈ। ਮ੍ਰਿਗਸ਼ਾਲਾ ਕੀ ਹੈ? ਮ੍ਰਿਗ ਦੀ ਖੱਲ, ਹਿਰਨ ਦੀ ਖੱਲ। ਬਾਣੀ 'ਚ ਸੁਣਦੇ ਹੋ ਨਾ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਭਾਵ ਹਿਰਨ ਦੀ ਖੱਲ ਤੇ ਬੈਠੇ ਆ। ਕਹਿੰਦੇ ਕਿਸੇ ਨੇ ਕੱਫਣ ਪਾਇਆ ਹੋਇਆ, ਸਿੱਧ ਨੇ, ਲੰਮੇ ਲੰਮੇ ਵਾਲ ਨੇ, ਜਟਾਵਾਂ ਬਣੀਆਂ ਨੇ, ਦਾੜੀ ਦੇ ਨਾਲੋਂ ਵੱਡੀਆਂ ਮੁੱਛਾਂ ਨੇ ਸਿੱਧਾਂ ਦੀ, ਪਤਲੇ ਕਮਜ਼ੋਰੇ ਜਿਹੇ ਸਰੀਰ, ਬਿਲਕੁਲ ਸੁੱਕੇ, ਪਰ ਕੋਈ ਠੰਡ ਮਾਲੂਮ ਨਹੀਂ ਹੁੰਦੀ। ਕਿਸੇ ਨੇ ਕੱਫਣੀ ਪਾਈ ਹੋਈ ਹੈ, ਕਿਸੇ ਨੇ ਗਲ ਵਿੱਚ ਮਾਲਾ ਪਾਈ ਹੈ, ਕੋਈ ਲੰਗੋਟ ਲਾ ਕੇ ਬੈਠਾ। ਇਹ ਸਿੱਧਾਂ ਦੀ ਮੰਡਲੀ ਦਾ ਦ੍ਰਿਸ਼ ਦੱਸਦੇ ਆ ਵੀ ਜਿੱਥੇ ਗੁਰੂ ਗੋਰਖ ਬੈਠੇ ਆ, ਇਸ ਬਰਫ਼ ਵਿੱਚ ਗਲਣ ਵਾਲੇ ਸਿੱਧ ਕੋਈ ਆਮ ਨਹੀਂ ਹੋ ਸਕਦੇ। ਵੱਡੇ ਕਰਾਮਾਤੀ ਨੇ, ਧਰਮਾਤਮਾ ਪੁਰਸ਼ ਹਨ। ਫਟਕ ਮੁਦਰਾ ਪਹਿਰ ਚੀਰ ਦਵੇ ਕਾਨ ਕੋ। ਕਈਆਂ ਨੇ ਆਪਣੇ ਦੋਨੇ ਕੰਨਾਂ ਨੂੰ ਚੀਰ ਕੇ ਕੱਚ ਦੀਆਂ ਮੁਦਰਾ ਪਾਈਆਂ ਨੇ। ਇਹ ਜੋਗੀਆਂ ਦਾ ਪੰਥ ਆ ਨਾ, ਜਿਹੜਾ ਨਾਥ ਪੰਥ, ਕੰਨਾਂ 'ਚ ਮੁਦਰਾ ਪਾਉਂਦੇ ਆ। ਹੁਣ ਤੇ ਇੱਥੇ ਸਾਡੇ ਮਰਦ ਵੀ ਜਨਾਨੀਆਂ ਬੜੀ ਫਿਰਦੇ ਆ। ਵਾਹਿਗੁਰੂ ਕਿਰਪਾ ਕਰੇ ਆ ਜਿਹੜੇ ਮੁਦਰਾ ਜੀਆਂ ਪਾਈ ਫਿਰਦੇ ਆ ਨਾ, ਇਹਨਾਂ ਨੂੰ ਅਗਲਾ ਜਨਮ ਸੁੱਖ ਨਾਲ ਬੀਬੀਆਂ ਦਾ ਵਜੇ। ਆਖੋ ਸਤਿਨਾਮ। ਅੱਜ ਸਾਡੇ ਪੰਜਾਬ ਦਾ ਆ ਹਾਲ ਹੈ। ਯੋਗੀਆਂ ਨੇ ਤੇ ਕੱਚ ਦੀਆਂ ਮੁੰਦਰਾਂ ਪਾਈਆਂ, ਇਹ ਪਤੰਦਰ ਵਾਲੀਆਂ ਪਾਈ ਫਿਰਦੇ ਮੰਮੀਆਂ ਦੀ। ਕਿਸੇ ਨੇ ਭੈਣ ਤੇ ਟੌਪਸ ਪਾਏ ਕੰਨਾਂ 'ਚ, ਕਿਸੇ ਨੇ ਕੁਛ ਪਾਇਆ। ਅੱਜ ਤੇ ਆਹ ਹਾਲਾਤ ਆ ਸਾਡੇ ਪੰਜਾਬ ਦਾ, ਬੁਰੇ ਹਾਲ ਹੋ ਗਏ ਆ। ਪਰ ਉਹਨਾਂ ਦੇ ਕੱਚ ਦੀਆਂ ਮੁੰਦਰਾਂ ਬਲੌਰ ਦੀਆਂ, ਕਿਸੇ ਨੇ ਦੋ ਥਾਂ ਤੋਂ ਕੰਨ ਪਾੜ ਕੇ ਪਾਈ, ਕਿਸੇ ਨੇ ਇੱਕ ਪਾਸੇ ਪਾਈ ਹੋਈ ਹੈ। ਇਹ ਕਦੋਂ ਕੀਤਾ ਜਾਂਦਾ ਸੀ? ਜਦ ਕੋਈ ਸਿੱਧ ਬਣਦਾ ਸੀ। ਜਿਵੇਂ ਆਪਾਂ ਅੰਮ੍ਰਿਤ ਛਕ ਕੇ ਸ੍ਰੀ ਸਾਹਿਬ ਪਾ ਲੈਂਦੇ ਆ, ਸਨਾਤਨ ਮਤ ਦਾ ਵੀਰ ਜਨੇਊ ਪਾ ਲੈਂਦਾ ਏ। ਨਾਥ ਪੰਥ ਹੈ ਸਿੱਧਾਂ, ਜਿਸ ਕਈ ਤਰ੍ਹਾਂ ਦੇ ਪੰਥ ਨੇ, ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਵੀ ਕੀਤਾ ਏ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜਦੋਂ ਇੱਥੋਂ ਦੇ ਧਰਮਾਂ ਨੂੰ ਪੜ੍ਹਦੇ ਆ, ਪੰਥਾਂ ਨੂੰ ਪੜ੍ਹਦੇ ਆ, ਇੱਕ ਆਈ ਪੰਥ ਚੱਲਦਾ ਸੀ ਸਾਧਾਂ ਦਾ। ਹੁਣ ਇਹ ਤੋਂ ਪਹਿਲਾਂ ਮਰਦ ਕੀ ਲਿਖ ਰਹੇ? ਮੁੰਦਾ ਸੰਤੋਖ ਸਰਪਤ ਝੋਲੀ ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਹ ਸਾਰੇ ਵਚਨ ਹੋਏ ਨੇ, ਪਰ ਅੰਤਰੀਵ ਦੱਸਦੇ ਆ। ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਨੇ ਕੱਚ ਦੀਆਂ ਬਲੌਰ ਦੀਆਂ, ਜੋ ਚਮਕਦੀਆਂ ਨੇ। ਜਦ ਬੋਲਦੇ ਨੇ ਕੰਨ ਹਾਥੀ ਦੇ ਕੰਨਾਂ ਵਾਂਗ ਹਿਲਦੇ ਨੇ। ਇਹ ਨਾਥਾਂ ਦੀ ਪਹਿਚਾਣ ਹੈ। ਹਾਥ ਬਿਰਾਗਣ ਧਰੇ ਮਨਹੁ ਕਰਮਾਨ ਕੋ। ਜਿੰਨੇ ਸਿੱਧ ਨੇ ਜੀ, ਸਭ ਦੀ ਆਪਣੀ ਆਪਣੀ ਤਪੱਸਿਆ ਹੈ, ਸਭ ਸੇਮ ਨਹੀਂ ਨੇ। ਜਿਵੇਂ ਕਾਲਜ ਤੇ ਇੱਕ ਹੁੰਦਾ ਜੀ, ਡਿਗਰੀਆਂ ਅਲੱਗ-ਅਲੱਗ, ਯੂਨੀਵਰਸਿਟੀ ਤੇ ਇੱਕੋ ਹੀ ਹੈ ਨਾ। ਕੋਈ ਤਰ੍ਹਾਂ ਦਾ ਕੋਰਸ ਕਰਦਾ, ਕੋਈ ਕਿਸੇ ਤਰ੍ਹਾਂ ਦਾ ਕਰਦਾ, ਕਿਸੇ ਦਾ ਕਿਸੇ ਤਰ੍ਹਾਂ ਦਾ। ਕੋਈ ਅਜੇ ਫਸਟ ਈਅਰ 'ਚ ਹੁੰਦਾ ਹੈ, ਕੋਈ ਥਰਡ 'ਚ ਹੁੰਦਾ ਹੈ, ਕੋਈ ਪੜ੍ਹਾ ਰਿਹਾ ਹੁੰਦਾ ਹੈ, ਕੋਈ ਪੜ੍ਹਦਾ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਸਿੱਧਾਂ ਦੀ ਜਮਾਤ ਹੁੰਦੀ, ਗਰੁੱਪ। ਜਿਵੇਂ ਅੱਜ ਆਪਾਂ ਕਲਾਸ ਕਹਿ ਦਿੰਦੇ ਆ, ਅੰਗਰੇਜ਼ੀ ਦਾ ਸ਼ਬਦ ਹੈ ਸਕੂਲਾਂ ਦੇ ਵਿੱਚ। ਪੁਰਾਣੇ ਸਕੂਲਾਂ 'ਚ ਸਰਕਾਰੀ ਕੀ ਕਹਿੰਦੇ ਸੀ? ਉਹ ਪੁੱਤਰਾ ਕਿਹੜੀ ਜਮਾਤ 'ਚ? ਕਹਿੰਦੇ ਜੀ 5ਵੀਂ ਜਮਾਤ 'ਚ। ਜਮਾਤ ਮਤਲਬ ਇੱਕ ਇਕੱਠ ਦਾ ਨਾਮ ਹੈ, ਸਮੂਹ ਦਾ ਨਾਮ ਹੈ। ਇਸੇ ਕਰਕੇ ਮਰਦ ਲਿਖਦੇ ਆਈ ਪੰਥੀ ਸਗਲ ਜਮਾਤੀ। ਜਮਾਤੀ। ਹੁਣ ਆਪਾਂ ਕਹਿੰਦੇ ਕਲਾਸ ਫੇਲ ਹੋ ਕੇ ਕਹਿੰਦੇ ਸੀ ਆ ਮੇਰਾ ਜਮਾਤੀ ਹੈ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਹੁਣ ਤੇ ਬਹੁਤ ਕੁਛ ਹੈ, ਰੂਮਮੇਟ, ਕਲਾਸਮੇਟ, ਹੋਮਮੇਟ, ਪਤਾ ਨਹੀਂ ਕਿਹੜੇ ਕਿਹੜੇ ਮੇਟ। ਪਰ ਪੁਰਾਣੇ ਸਮੇਂ ਦੇ ਵਿੱਚ ਸਿਰਫ ਜਮਾਤੀ ਸਨ। ਹੁਣ ਇਹ ਸਿੱਧ ਲੋਕ ਨੇ, ਸਭ ਜਮਾਤੀ ਨੇ ਜੀ। ਕਹਿੰਦੇ ਕਈ ਵਰਾਗਣ ਲੈ ਕੇ ਬੈਠੇ ਆ। ਸਾਡੇ ਚ ਬੜਿਆਂ ਨੂੰ ਪਤਾ ਨਹੀਂ ਹੁੰਦਾ ਵਰਾਗਣ ਕੀ ਹੈ। ਵਰਾਗਣ ਲੱਕੜ ਦੀ ਇੱਕ ਟੀ ਹੈ, ਟੀ ਪੁਆਇੰਟ, ਜਿਹਨੂੰ ਰੱਖ ਕੇ ਦੋਨੇ ਹੱਥ ਰੱਖ ਕੇ ਠੋਡੀ ਥੱਲੇ ਉਹ ਸਹਾਰਾ ਦੇ ਕੇ ਭਗਤੀ ਕਰਦੇ ਆ। ਬੜੇ ਸਾਧੂ ਸੰਤ ਵਰਤਦੇ ਉਹਨੂੰ, ਕਹਿੰਦੇ ਵਰਾਗਣ। ਲੱਕੜ ਦੀ ਟੀ ਸ਼ੇਪ ਹੋਵੇ ਉਹਨੂੰ ਵਰਾਗਣ ਕਹਿੰਦੇ ਆ। ਕਹਿੰਦੇ ਕਈ ਤੇ ਉਸ ਵਰਾਗਣ ਨੂੰ ਗਰਦਨ ਦਾ ਸਹਾਰਾ ਦੇ ਕੇ ਕਿਉਂ ਸਹਾਰਾ ਦਿੰਦੇ ਆ ਜੀ? ਹੁਣ ਜੇ ਕੋਈ ਸਾਨੂੰ ਪੁੱਛੇ ਵੀ ਸਾਡੇ ਸਰੀਰ 'ਚ ਸਭ ਤੋਂ ਭਾਰਾ ਹਿੱਸਾ ਕਿਹੜਾ ਹੈ ਜੀ, ਸਭ ਤੋਂ ਭਾਰਾ ਅੰਗ ਕਿਹੜਾ ਦੱਸੋ? ਹੈ ਕਿਸੇ ਨੂੰ? ਸਭ ਤੋਂ ਭਾਰਾ ਸਾਡੇ ਜਿਸਮ ਦਾ ਹਿੱਸਾ ਹੁੰਦਾ ਏ ਸਾਡਾ ਸਿਰ। ਸਭ ਤੋਂ ਜ਼ਿਆਦਾ ਭਾਰਾ ਹੈ। ਇੰਨਾ ਸਰੀਰ ਦਾ weight ਨਹੀਂ ਜਿੰਨਾ ਸਾਡੇ ਸਿਰ ਦਾ weight ਹੈ। ਇਹੀ ਕਾਰਨ ਹੈ ਇਹਨੂੰ ਸੌਫਟਨੈਸ ਰੱਖਣ ਲਈ ਸਾਨੂੰ ਸਰਾਣਾ ਦੇਣਾ ਪੈਂਦਾ ਹੈ। ਇਹ ਭਾਰਾ ਹੈ।
ਬਹੁਤ ਭਾਰਾ ਹੈ। ਹੁਣ ਉਹ ਸਿੱਧ ਲੋਕ ਨੇ ਜਿਹੜੇ ਵਿਰਾਗਣ ਰੱਖ ਕੇ ਠੋਡੀ ਨੂੰ ਸਹਾਰਾ ਦਿੰਦੇ, ਦੇਣਾ ਪੈਂਦਾ ਸੁਭਾਵਿਕ ਹੈ। ਬੜੇ ਲੋਕ ਆਪਣੇ ਸਿਰ ਨੂੰ ਸਹਾਰਾ ਲਾ ਕੇ ਬੈਠਦੇ ਆ, ਕਿਸੇ ਨੇ ਠੋਡੀ ਥੱਲੇ ਹੱਥ, ਕਿਸੇ ਨੇ ਮੱਥੇ ਤੇ ਹੱਥ, ਕਿਸੇ ਨੇ ਕਿਵੇਂ ਰੱਖਿਆ ਹੁੰਦਾ। ਮਤਲਬ ਇਹ ਸਿਰ ਨੂੰ ਕਦੇ ਨਾ ਕਦੇ ਸਪੋਰਟ ਚਾਹੀਦੀ। ਜੇ ਕੋਈ ਬਹਿੰਦਾ ਤੇ ਦੀਵਾਰ ਨਾਲ ਸਿਰ ਲਾ ਕੇ ਬਹਿੰਦਾ, ਜਦੋਂ ਟੈਨਸ਼ਨ 'ਚ ਹੋਵੇ, ਟੈਨਸ਼ਨ ਦੇ ਵਿੱਚ ਸਿਰਦਰਦੀ ਕਿਹਨੂੰ ਕਹਿੰਦੇ ਆ? ਜਦੋਂ ਸਿਰ ਭਾਰਾ ਲੱਗੇ ਉਹਨੂੰ ਕਹਿੰਦੇ ਸਿਰ ਦਰਦ, ਉਹਨੂੰ ਸਿਰ ਦਰਦ ਕਿਹਾ ਜਾਂਦਾ ਹੈ। ਭਾਵ ਸਾਡੀ ਬਾਡੀ ਦਾ ਪਾਰਟ ਜਦੋਂ ਸਾਨੂੰ ਭਾਰਾ ਲੱਗਣ ਲੱਗ ਗਿਆ, ਬ੍ਰੇਨ ਦਾ ਹਿੱਸਾ, ਅਸੀਂ ਕਹਿੰਦੇ ਅੱਜ ਬੜਾ ਸਿਰ ਦਰਦ ਹੈ। ਕਿਉਂ ਦਰਦ ਹੈ ਬਈ? ਸਿਰ ਦੇ ਭਾਰ ਕਰਕੇ ਕੋਈ ਨਾ ਕੋਈ ਨਸ ਖਿੱਚੀ ਹੋਈ ਹੈ, ਜਾਂ ਸਰਵਾਈਕਲ ਹੋ ਗਿਆ, ਜਾਂ ਕਿਸੇ ਹੋਰ ਪਾਰਟ ਦਰਦ ਹੈ, ਇਸ ਕਰਕੇ ਉਹ ਸਿਰ ਦਰਦ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੋ ਭਾਈ ਬਾਲਾ ਮਰਦਾਨਾ ਜੀ ਦੇ ਨਾਲ ਊਨੇ ਪਰਬਤ ਤੇ ਬੈਠੇ ਆ, ਉਹ ਧਰੂਰ ਦੀ ਦਿਸ਼ਾ ਨੂੰ ਜਾ ਰਹੇ ਨੇ। ਇਧਰ ਸਿੱਧਾਂ ਦੇ ਪੰਥ ਵਿੱਚ ਕੀ ਕੁਝ ਚੱਲਦਾ ਹੈ, ਉੱਥੋਂ ਦਾ ਦ੍ਰਿਸ਼ ਦੱਸਦੇ ਆ ਵੀ ਕਿਵੇਂ ਬੈਠੇ ਆ ਸਾਰੇ, ਕਿਉਂਕਿ ਇਹ ਵਾਰ-ਵਾਰ ਨਹੀਂ ਦੱਸਣਾ ਉਹਨਾਂ ਨੇ। ਕਹਿੰਦੇ ਕੋਈ ਬਰਾਗਣ ਲੈ ਕੇ ਬੈਠਾ, ਕੋਈ ਮਾਲਾ ਗਲ ਵਿੱਚ ਪਾ ਕੇ, ਮਾਲਾ ਹੱਥ 'ਚ ਲੈ ਕੇ ਬੈਠਾ ਏ। ਸਵੇਤ ਵਿਭੂਤ ਸਰੀਰ ਲਗਾਏ ਬਣਾਈ ਕੇ। ਕਈ ਸਿੱਧਾਂ ਨੇ ਤੇ ਇੱਥੋਂ ਤੱਕ ਬਸ ਜਦੋਂ ਧਰਤੀ ਤੋਂ ਗਏ ਆ ਨਾ, ਸਿਰ ਤੋਂ ਲੈ ਕੇ ਪੈਰਾਂ ਤੱਕ ਸਵਾਹ ਮਲੀ ਹੋਈ ਹੈ। ਅੱਖਾਂ ਹੀ ਦਿਸਦੀਆਂ ਨੇ, ਦੰਦ ਹੀ ਦਿਸਦੇ ਆ, ਪੂਰੇ ਸਵਾਹ ਨਾਲ ਮਲੇ, ਕਿਉਂਕਿ ਆਪਣੀ ਆਪਣੀ ਅਵਸਥਾ ਹੈ, ਆਪਣੀ ਆਪਣੀ ਭਾਵਨਾ ਹੈ। ਪਰ ਸਭ ਕੁਝ ਚੱਲਦਾ ਯੋਗ ਮਤ ਵਿੱਚ। ਕਹਿੰਦੇ ਸਵਾਹ ਮਲ ਕੇ ਮਿੱਟੀ ਦਾ ਰੂਪ ਬਣ ਕੇ ਕੁਝ ਡੁੰਨ ਬੱਟਾ ਬੈਠੇ ਨੇ। ਉਹ ਸਿੰਘੀਲੀ ਕਰਮਾਹੀ ਬਜਾਏ ਸੁਣਾਈ ਕੇ। ਕਈਆਂ ਦੇ ਹੱਥਾਂ ਵਿੱਚ ਸਿੰਘੀਆਂ ਫੜੀਆਂ ਨੇ। ਸਿੰਘੀ ਕੀ ਹੈ? ਹਿਰਨ ਦਾ ਸਿਰ, ਜੋ ਇੱਕ ਇਹ ਕਹਿ ਲਓ ਵੀ ਸੰਖ ਵਰਗਾ ਹੈ। ਜਿਵੇਂ ਸੰਖ ਵੱਜਦਾ ਨਾ, ਹਿਰਨ ਦਾ ਸਿਰ ਸੰਖ ਵਾਂਗ ਵਜਾਇਆ ਜਾਂਦਾ। ਸਿੰਘੀ ਨਾਦ ਵਜਾ ਬਣਿਆ ਬਾਣੀ ਦਾ ਸ਼ਬਦ ਹੈ। ਸਿੰਘੀ ਮਤਲਬ ਸਿਰ ਜਿਹਦੇ ਵਿੱਚੋਂ ਆਵਾਜ਼ ਕੱਢੀ ਜਾਂਦੀ ਹੈ, ਵਜਾਇਆ ਜਾਂਦਾ ਹੈ। ਕਈ ਯੋਗੀ ਸਿੱਧ ਅੰਮ੍ਰਿਤ ਵੇਲੇ ਸਿੰਘੀ ਦਾ ਨਾਦ ਵਜਾਉਂਦੇ ਨੇ। ਰੂਆ ਪਹੋਰੀ ਹੱਥ ਪਤਕਾ ਕਰ ਕਿਸੇ। ਕਈਆਂ ਨੇ ਤੇ ਗੋਰਖਨਾਥ ਦੀਆਂ ਨਾਲ ਲੈ ਕੇ ਝੰਡੀਆਂ ਫੜੀਆਂ ਨੇ ਜੀ। ਮਤਲਬ ਆਪਣੀ ਆਪਣੀ ਸੋਚ ਹੁੰਦੀ ਹੈ, ਆਪਣਾ ਆਪਣਾ ਖਿਆਲ। ਤੁਸੀਂ ਜਿੰਨੇ ਬੈਠੇ ਹੋ, ਤੁਹਾਡੇ ਸਭ ਦਾ ਆਪਣਾ ਲਾਈਫ ਸਟਾਈਲ ਹੈ। ਕੋਈ ਬੂਟ ਕਿਹੋ ਜਿਹੇ ਪਾਉਂਦਾ, ਕੋਈ ਕੱਪੜੇ ਕਿਹੋ ਜਿਹੇ ਪਾਉਂਦਾ, ਕੋਈ ਪਰਨਾ ਕਿਹੋ ਜਿਹਾ ਬੰਨ੍ਹਦਾ, ਕੋਈ ਕਰੀਮ ਕਿਹੋ ਜਿਹੀ ਲਾਉਂਦਾ। ਸੇਮ ਤਾਂ ਨਹੀਂ ਨਾ। ਕਿਸੇ ਨੂੰ ਕੋਈ ਗੱਡੀ ਪਸੰਦ ਆ, ਕਿਸੇ ਨੂੰ ਕੋਈ ਪਸੰਦ ਆ, ਕਿਸੇ ਨੂੰ ਕੁਝ ਖਾਣਾ ਪਸੰਦ, ਕਿਸੇ ਨੂੰ ਕਿਵੇਂ ਬਹਿਣਾ ਪਸੰਦ ਹੈ, ਕਿਸੇ ਨੂੰ ਕੁਝ ਚੰਗਾ ਲੱਗਦਾ, ਕਿਸੇ ਨੂੰ ਕੋਈ ਬੁਰਾ ਲੱਗੀ ਜਾਂਦਾ। ਆਪਣੀ ਆਪਣੀ। ਕਹਿੰਦੇ ਸਿੱਧ ਇੱਕ ਦੂਜੇ ਦੀ ਨਿੰਦਿਆ ਨਹੀਂ ਸੀ ਕਰਦੇ। ਜੋ ਜਿਹਨੂੰ ਪਸੰਦ ਆਏ ਉਹ ਆਪਣੇ ਆਸਣ 'ਚ ਬਹਿੰਦਾ ਹੈ। ਕਈ ਤੇ ਸਵਾਹ ਮਲ ਕੇ ਬੈਠੇ, ਵਿਭੂਤੀ ਬਣ ਕੇ, ਤੇ ਕਈਆਂ ਨੇ ਕਫਨ ਵਰਗੇ ਕੱਪੜੇ ਪਾਏ ਆ, ਕਿਸੇ ਨੇ ਲੋਈ ਗਲ ਪਾਈ ਹੋਈ ਹੈ, ਕੋਈ ਗਲ ਵਿੱਚ ਲੱਕੜ ਰੁਦਰਾਕਸ਼ ਦੀ ਮਾਲਾ ਪਾ ਕੇ ਬੈਠਾ ਏ, ਕਿਸੇ ਨੇ ਹੱਥਾਂ ਦੇ ਵਿੱਚ ਝੰਡੀਆਂ ਫੜੀਆਂ ਨੇ, ਕੋਈ ਖਾਲੀ ਡੰਡਾ ਫੜ ਕੇ ਬੈਠਾ ਏ। ਇਹ ਸਿਲੀ ਗਰ ਪਾਏ ਕਪੀਨ ਹੈ ਕਟ ਕਸੇ। ਕਿਸੇ ਨੇ ਲੱਕ ਦੇ ਨਾਲ ਲੋਈ ਬੰਨੀ ਹੈ ਚਾਦਰ ਵਾਂਗੂ, ਤੇ ਕਿਸੇ ਨੇ ਗਲ ਸੇਲੀ ਪਾਈ ਹੋਈ ਹੈ, ਵੱਡੀ ਮਾਲਾ ਟੋਪੀ ਵਾਂਗੂ ਪਾਈ ਹੋਈ ਗਲ ਦੇ ਵਿੱਚ। ਅਲੱਗ-ਅਲੱਗ ਰੂਪ ਨੇ। ਕੋਈ ਵਾਲ ਖੁੱਲੇ ਕਰੀ ਬੈਠਾ ਹੈ, ਕਿਸੇ ਨੇ ਜੂੜਾ ਸੱਜੇ ਪਾਸੇ ਕਰਿਆ ਹੈ, ਕਿਉਂਕਿ ਜਟਾਵਾਂ ਬਹੁਤ ਨੇ। ਕਿਸੇ ਨੇ ਜਟਾਵਾਂ ਖੋਲੀਆਂ ਹੋਈਆਂ ਨੇ, ਕੋਈ ਸਿਰ ਝੁਕਾ ਕੇ ਧਰਤੀ ਦੇ ਨਾਲ ਲਾ ਕੇ ਆਪਣੇ ਧਿਆਨ 'ਚ ਬੈਠਾ ਏ। ਉੱਚੀ ਸਮਝ ਵਿਸਾਲ ਸੀਸ ਮੁੰਡਤ ਕਰੇ। ਕਈਆਂ ਦੇ ਸਿਰ ਦਾ ਮੁੰਡਨ ਕੀਤਾ ਹੋਇਆ, ਸਿਰ ਤੇ ਵਾਲ ਹੀ ਕੋਈ ਨਹੀਂ, ਪਰ ਮੁੱਛਾਂ ਬਹੁਤ ਵੱਡੀਆਂ ਵੱਡੀਆਂ ਨੇ, ਇੱਥੋਂ ਤੱਕ ਨਹੀਂ। ਕਈਆਂ ਨੇ ਅੱਖਾਂ ਦੇ ਭਰਵੱਟਿਆਂ ਦੇ ਵਾਲ ਇੰਨੇ ਵੱਧ ਗਏ ਉਹ ਠੋਡੀ ਤੱਕ ਆਏ ਹੋਏ ਆ। ਇਹ ਕਿਉਂ ਨੇ? ਇੰਨਾ ਕੁਛ ਲੰਬੀ ਉਮਰ ਹੈ, ਹਜ਼ਾਰਾਂ ਸਾਲਾਂ ਦੀਆਂ ਉਮਰਾਂ ਨੇ, ਤੇ ਫਿਰ ਸਰੀਰ ਵਿੱਚ ਚੇਂਜਸ ਆਉਂਦੇ ਆ। ਕਿਸੇ ਦੀਆਂ ਲੱਤਾਂ ਲੰਬੀਆਂ ਨੇ, ਕਿਸੇ ਦਾ ਧੜ ਲੰਬਾ ਏ, ਕਿਸੇ ਦਾ ਢਿੱਡ ਪੇਟ ਦਿਸਦਾ ਹੀ ਨਹੀਂ, ਕੋਈ ਢਿੱਡ ਕੱਢੀ ਬੈਠਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਸਾਧੂ ਯੋਗੀ ਆਪਣਾ ਤਪ ਕਰਦੇ ਹਨ। ਉਹ ਝੋਰੀ ਕੰਦੇ ਪਾਏ ਸੋ ਭਿਖਿਆ ਹਿਤ ਤਰੇ। ਤੇ ਕਈ
ਇੱਥੋਂ ਤੱਕ ਕਹਿੰਦੇ ਝੋਲੀ ਪਾ ਕੇ ਫੜ ਕੇ ਬੈਠੇ ਆ, ਝੋਲੀ 'ਚ ਹੈ ਕੁਛ ਨਹੀਂ। ਭਾਵ ਕੀ ਆ ਵੀ ਅਸੀਂ ਤੇ ਭਿੱਖਿਆ ਮੰਗ ਕੇ ਖਾਂਦੇ ਆ। ਸਿੱਧ ਮੰਗ ਕੇ ਤੇ ਖਾਂਦੇ ਸੀ, ਭਿੱਖਿਆ ਮੰਗਦੇ। ਉਹਨਾਂ ਆਪਣੇ ਗੁਰੂ ਵੱਲ ਝੋਲੀ ਕੀਤੀ, ਧਿਆਨ 'ਚ ਬੈਠੇ ਆ, ਪਤਾ ਹੀ ਨਹੀਂ ਬਾਹਰ ਕਿੱਥੇ। ਇਹ ਕੁਛ ਕਰਨਾ ਕੋਈ ਖੇਡ ਥੋੜੀ, ਇਹਨੂੰ ਕਹਿੰਦੇ ਹੱਠ ਯੋਗ। ਅੱਜ ਵੀ ਬੜੇ ਲੋਕ ਨੇ ਜੀ ਸਨਾਤਨ ਮਤ ਵਿੱਚ, ਬੜੇ ਸਾਧੂ ਮਿਲ ਜਾਣਗੇ 40 ਦਿਨ ਇੱਕ ਲੱਤ ਦੇ ਭਾਰ ਤੇ ਖੜੇ ਰਹਿੰਦੇ ਆ। ਕੋਈ ਕਹਿੰਦਾ ਮੈਂ 40 ਦਿਨ ਸੂਰਜ ਨਹੀਂ ਵੇਖਣਾ, ਭੋਰੇ 'ਚ ਰਹਿਣਾ। ਮਤਲਬ ਹੱਠ ਯੋਗ ਹੈ, ਉਹਨਾਂ ਦੇ ਮੁਤਾਬਕ ਠੀਕ ਹੈ। ਇੱਥੇ ਸਿੱਧਾਂ ਨੇ ਹੱਠ ਕੀਤਾ, ਕੋਈ ਪੈਰਾਂ ਭਾਰ ਖੜਿਆ, ਕੋਈ ਉਲਟਾ ਹੋ ਕੇ ਪੈਰ ਉਤਾਂ ਨੂੰ ਕਰਕੇ ਬੈਠਾ, ਉੱਠਾ ਹੋ ਕੇ ਜੀ ਸਿਰ ਧਰਤੀ ਨਾਲ ਲਾਇਆ। ਅੰਤਾਂ ਦੀ ਠੰਡ ਪੈਂਦੀ, ਅੰਤਾਂ ਦੀ ਸਰਦੀ, ਐਡਾ ਹੱਠ ਕਮਾਉਂਦੇ ਹਨ। ਸਰਬ ਸ਼ਕਤ ਕੋ ਧਰਤ ਗਰਬਿਉਰ ਵੱਧ ਰਹਾ। ਭਾਈ ਬਾਲਾ ਜੀ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਕੋਈ ਉਹ ਗਰੀਬ ਥੋੜਾ ਸਨ। ਰਾਜੇ ਮਹਾਰਾਜੇ ਮੱਥਾ ਟੇਕਦੇ ਆ, ਵੱਡੇ ਕਰਾਮਾਤੀ ਸਨ। ਜੇ ਸਿੱਧ ਚਾਹੁਣ ਤੇ ਸਮੀਰ ਤੇ ਸੋਨੇ ਦੇ ਮਹਿਲ ਬਣਾ ਸਕਦੇ, ਪਰ ਉਹ ਆਪਣੀ ਕਰਾਮਾਤ ਦੇ ਨਾਲ ਆਪਣਾ ਹੰਕਾਰ ਕਰਦੇ ਸੀ। ਸਾਡੀ ਭਗਤੀ ਬੜੀ ਹੈ, ਸਾਡੀ ਤਪੱਸਿਆ ਬਹੁਤ ਹੈ, ਇਹਨਾਂ ਪਰਬਤਾਂ 'ਚ ਲੋਕ ਗਲ ਜਾਂਦੇ ਆ, ਅਸੀਂ ਭਗਤੀ ਕਰਦੇ। ਹੰਕਾਰ ਸੀ। ਨਾਮ ਜਪ ਜਪ ਕੇ, ਬੰਦਗੀ ਕਰ ਕਰਕੇ ਅੰਦਰੋਂ ਹਉਮੈ ਖੋਈ ਜਾਣੀ ਸੀ, ਪਰ ਸਿੱਧਾਂ ਦੀ ਵਧੀ ਹੋਈ ਹੈ। ਇਸ ਹੰਕਾਰ ਦੇ ਕਰਕੇ ਕਿਸੇ ਨੂੰ ਕੁਝ ਨਹੀਂ ਸਮਝਦੇ। ਛਿਨ ਮਹਿ ਉਡ ਕਰ ਜਾਏ ਹਿਰਦੈ ਤ੍ਰਿਟ ਹੈ ਜਹਾਂ। ਇਤੋਂ ਤੱਕ ਦੱਸਿਆ, ਕਹਿੰਦੇ ਐ ਗੁਰੂ ਅੰਗਦ ਦੇਵ ਸਾਹਿਬ ਜੀਓ, ਉਹ ਸਿੱਧ ਨਾ ਪੰਛੀਆਂ ਤੋਂ ਵੀ ਤੇਜ਼ ਉੱਡਦੇ ਸੀ। ਪੰਛੀਆਂ ਤੋਂ ਤੇਜ਼ ਉੱਡਦੇ, ਛਿਨਾਂ 'ਚ ਪਲਾਂ 'ਚ, ਝੱਟ ਇੱਥੇ ਬੈਠੇ ਆ, ਅਲੋਕ ਹੋਈ ਕਿਤੇ ਹੋਰ। ਮਤਲਬ ਐਡੀਆਂ ਵੱਡੀਆਂ ਕਰਾਮਾਤਾਂ ਸ਼ਕਤੀਆਂ ਦੇ ਉਹ ਮਾਲਕ ਨੇ, ਜਿਨ੍ਹਾਂ ਨਾਲ ਮੇਰਾ ਸਤਿਗੁਰੂ ਕਰਿਆ। ਆਖੋ ਸਤਿਨਾਮ। ਕਿੰਨੀ ਵੱਡੀ ਕਰਾਮਾਤ ਹੋਣਗੇ ਗੁਰੂ ਨਾਨਕ ਪਾਤਸ਼ਾਹ। ਐਡੇ ਵੱਡੇ ਸਿੱਧ ਜੀ ਪਹਾੜਾਂ ਨੂੰ ਹਿਲਾ ਦਿੰਦੇ ਆ, ਪੱਥਰ ਸਿਲਾ ਚੱਕ ਚੱਕ ਸੁੱਟ ਦਿੰਦੇ ਆ। ਉਹਨਾਂ ਦੇ ਦੇਸ਼ ਜਾ ਕੇ, ਉਹਨਾਂ ਦੇ ਇਲਾਕੇ 'ਚ ਬੈਠ ਕੇ ਉਹਨਾਂ ਨੂੰ ਚੈਲੰਜ ਕਰਨਾ, ਕੋਈ ਹਾਸਾ ਖੇਡ ਨਹੀਂ। ਅਣ ਸਮਾਨ ਹੈ ਵਿਜਾਨ ਪਹਾੜ ਸਮਾਨ ਕੋ। ਕਹਿੰਦੇ ਘੱਟ ਤੋਂ ਘੱਟ ਅਣੂ ਸਮਾਨ, ਮਾਈਕਰੋ ਰੂਪ ਹੋ ਗਏ, ਨੈਨੋ ਮਾਈਕਰੋ। ਅੱਜ ਸਭ ਤੋਂ ਛੋਟਾ ਸੰਸਾਰ 'ਚ ਪਾਰਟੀਕਲ ਕਿਹੜਾ ਮੰਨਿਆ ਜਾਂਦਾ, ਉਹ ਹੈ ਪਰਮਾਣੂ। ਸਭ ਤੋਂ ਛੋਟਾ, ਜੋ ਅੱਖਾਂ ਨਾਲ ਦਿਸਦਾ ਨਹੀਂ। ਕਹਿੰਦੇ ਇੰਨੇ ਛੋਟੇ ਬਣ ਜਾਂਦੇ ਨੇ, ਵੱਡੇ ਤੋਂ ਵੱਡੇ ਕਹਿੰਦੇ ਸਿੱਧ ਪਹਾੜ ਬਣ ਕੇ ਬੈਠ ਜਾਂਦੇ, ਵੱਡਾ ਪਰਬਤ। ਇਹ ਕਰਾਮਾਤਾਂ ਨੇ, ਜਿਹਨੂੰ ਕਹਿੰਦੇ ਰਿੱਧੀਆਂ ਸਿੱਧੀਆਂ। ਬਾਣੀ ਕੀ ਲਿਖਦੀ ਹੈ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ, ਜੋ ਹਰ ਹਰ ਨਾਮ ਤੇ ਆਵੈ। ਕਹਿੰਦੇ ਜੋ ਪਰਮੇਸ਼ਰ ਦਾ ਨਾਮ ਜਪਦਾ, ਇਹੋ ਜਿਹੀਆਂ ਰਿੱਧੀਆਂ ਸਿੱਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ, ਉਹ ਮੂੰਹ ਨਹੀਂ ਲਾਉਂਦੇ। ਉਹ ਚਾਹੇ ਚੱਲਾਵੇ ਚੱਲ ਉਂਡੇ ਅਸਮਾਨ ਕੋ। ਉਲਟੇ ਸਿਰ ਹੋ ਕੇ ਅਸਮਾਨਾਂ ਵਿੱਚ ਉੱਡਦੇ ਨੇ ਪੰਛੀਆਂ ਦੇ ਵਾਂਗ, ਜਿਹਨੂੰ ਮਰਜ਼ੀ ਉਡਾ ਦੇਣ। ਸਿੱਧ ਮੂੰਹ ਚੋਂ ਅੱਗ ਭਰਾਉਂਦੇ ਆ। ਇਹ ਸਾਰਾ ਕੁਝ ਜਿੰਨਾ ਦੱਸ ਰਹੇ ਆ, ਆਉਣ ਵਾਲੇ ਸਮੇਂ ਵਿੱਚ ਵਰਤੂਗਾ। ਗੁਰੂ ਸਾਹਿਬ ਦੇ ਸਾਹਮਣੇ ਹੋਣਾ ਸਾਰਾ ਕੁਝ। ਪਰ ਭਾਈ ਬਾਲਾ ਜੀ ਕਹਿੰਦੇ ਮੈਂ ਮਰਦ ਇਸ ਲਈ ਦੱਸਦਾ ਵੀ ਉਹ ਕਿੱਡੀ ਵੱਡੀ ਖੁਦਾਈ ਸਨ ਉਹ ਲੋਕ, ਜਿਨ੍ਹਾਂ ਦੇ ਕੋਲ ਮੇਰੇ ਪਾਤਸ਼ਾਹ ਸਾਨੂੰ ਲੈ ਕੇ ਬੇਪਰਵਾਹ ਬੈਠੇ ਸੀ। ਅਜੇ ਤੇ ਕੱਲੇ ਕੱਲੇ ਸਿੱਧ ਦਾ ਜ਼ਿਕਰ ਨਹੀਂ ਆਇਆ, ਕਿਹਨੇ ਕੀ ਕੀਤਾ। ਕਹਿੰਦੇ ਐਡੀਆਂ ਭਗਤੀਆਂ ਸ਼ਕਤੀਆਂ ਦੇ ਮਾਲਕ ਨੇ, ਤੇ ਉਹਨਾਂ ਦਾ ਗੁਰੂ ਕੀ ਹੋਏਗਾ। ਜਿਨ੍ਹਾਂ ਦੇ ਚੇਲਿਆਂ 'ਚ, ਜਿਨ੍ਹਾਂ ਸਿੱਧਾਂ ਤੇ ਐਡੀਆਂ ਪਾਵਰਾਂ ਨੇ, ਤੇ ਗੁਰੂ ਕਿੱਡਾ ਪਾਵਰਫੁੱਲ ਹੋਣਾ, ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਖਾਲੀ ਮੁੜ ਕੇ ਆ ਗਿਆ। ਬਹਿਸ ਕਰਦਾ ਸੀ, ਫਿਰ ਸੋਚਦਾ ਇਹਨਾਂ ਨੂੰ ਝੁਕਾ ਲਵਾਂ, ਮੇਰੀ ਕਰਾਮਾਤ ਤੇ ਚੱਲਦੀ ਨਹੀਂ, ਸ਼ਕਤੀ ਦਾ ਜ਼ੋਰ ਤੇ ਚੱਲਿਆ। ਕਿੱਡੇ ਸਾਹਿਬ ਹੋਣਗੇ ਸਾਡੇ। ਪਰ ਗੁਰੂ ਬਾਬਾ ਜੀ ਕਹਿੰਦੇ ਬੇਪਰਵਾਹ ਹੋ ਕੇ ਬੈਠੇ ਸੀ, ਕਿਸੇ ਦਾ ਡਰ ਨਹੀਂ, ਕਿਸੇ ਦਾ ਖੌਫ ਨਹੀਂ। ਬੰਨਨ ਸ਼ੇਰ ਅਰ ਸਰਪ ਸਰੂਪ ਭਿਆਨ ਕੋ। ਇਹ ਸਿੱਧ ਡਰਾਉਂਦੇ ਸੀ ਲੋਕਾਂ ਨੂੰ, ਕਿਤੇ ਬੱਬਰ ਸ਼ੇਰ ਬਣ ਕੇ, ਕਿਤੇ ਸੱਪ ਬਣ ਕੇ ਜ਼ਹਿਰੀਲਾ। ਹੱਥ 'ਚ ਹੀ ਇਹਨਾਂ ਦੇ ਜੋ ਮਰਜ਼ੀ ਬਣ ਜਾਣ। ਗੁਰੂ ਸਾਹਿਬ ਨਾਲ ਵੀ ਨਹੀਂ ਸਭ ਕੁਝ ਕਰਨਾ ਹੈ, ਕਿਉਂਕਿ ਜਦੋਂ ਸਿੱਧ ਕਿਸੇ ਦੇ ਘਰ ਸੱਪ ਬਣ ਕੇ ਆ ਗਏ ਨਾ, ਤੇ ਲੋਕੀ ਮੱਥਾ ਟੇਕਦੇ ਫਿਰਦੇ, ਉਸੇ ਤੋਂ ਸੱਪਾਂ ਨੂੰ ਲੋਕ ਬਾਬੇ ਕਹਿਣ ਲੱਗੇ ਨੇ। ਧਿਆਨ ਦਿਓ, ਤੁਸੀਂ ਬੜੀ ਵਾਰ ਵੇਖਿਆ ਹੋਣਾ, ਸੱਪਾਂ ਨਾਲ ਯਾਰੀ ਕਿਹਨਾਂ ਦੀ ਹੁੰਦੀ ਦੱਸੋ ਜੀ? ਯੋਗੀਆਂ ਦੀ, ਸਾਧਾਂ ਦੀ।
ਕੰਨਾਂ ਵਿੱਚ ਮੁੰਦਰੀਆਂ ਪਾਈਆਂ ਹੁੰਦੀਆਂ, ਹੱਥ ਵਿੱਚ ਬੀਨ ਫੜੀ ਹੁੰਦੀ ਹੈ। ਤੇ ਜੇ ਉਸ ਬਾਬੇ ਨੂੰ ਕੋਈ ਪੁੱਛੇ ਵੀ ਭਰਾਵਾ ਕੰਨ ਸੱਪ ਦੇ ਤੇ ਕੰਨ ਨਹੀਂ ਹੁੰਦੇ, ਤੇਰੀ ਬੀਨ ਕਿੱਥੋਂ ਸੁਣ ਲੈਂਦਾ ਹੈ? ਕਦੇ ਪੁੱਛਿਆ ਉਹਨਾਂ? ਦੁਨੀਆ ਦਾ ਕੋਈ ਐਸਾ ਸੱਪ ਨਹੀਂ ਜਿਹਦੇ ਕੰਨ ਹੋਣ। ਤੁਸੀਂ ਕਹੋਗੇ ਬੀਨ ਵਜਾਉਂਦਾ ਹੈ, ਨਿਕਲ ਆਉਂਦਾ ਹੈ, ਭਾਈ ਬੀਨ ਆ ਨਾ ਜਿਹੜੀ, ਉਹਦੀ ਆਵਾਜ਼ ਕਰਕੇ ਨਹੀਂ ਸੱਪ ਨਿਕਲਦਾ। ਸੱਪ ਸੁਣਦਾ ਜ਼ਰੂਰ ਹੈ, ਕੰਨਾਂ ਨਾਲ ਨਹੀਂ, ਆਪਣੀ ਜੀਭ ਨਾਲ। ਉਹ ਵਾਈਬ੍ਰੇਸ਼ਨ ਵੇਖਦਾ ਹੈ, ਸਿਗਨਲ ਪਕੜਦਾ ਹੈ ਵੀ ਮੈਨੂੰ ਕਿਤੇ ਖਤਰਾ ਤੇ ਨਹੀਂ, ਕੋਈ ਆਵਾਜ਼ ਤੇ ਨਹੀਂ ਆਉਂਦੀ। ਸੱਪ ਆਪਣੀ ਬੋਲੀ, ਆਪਣੀ ਸੁਣਨ ਸ਼ਕਤੀ ਆਪਣੀ ਜੀਭ ਨਾਲ ਰੱਖਦਾ। ਇਸੇ ਕਰਕੇ ਤੂੰ ਸੱਪ ਦੇ ਸਾਹਮਣੇ ਜੋ ਜੀਭਾਂ ਕੱਢੇਗਾ, ਵੇਖਦਾ ਤੁਸੀਂ ਉਹ ਤੋਂ ਕਿੰਨੀ ਦੂਰ, ਕੌਣ ਹੋ ਤੁਸੀਂ? ਅੱਖਾਂ ਤੋਂ ਧੁੰਦਲਾ ਦਿਸਦਾ ਸੱਪ ਨੂੰ, ਤੇ ਕੰਨ ਹੁੰਦੇ ਹੀ ਨਹੀਂ ਉਹਦੇ। ਜਦੋਂ ਬੀਨ ਘਮਾਉਂਦੇ ਆ, ਉਹ ਵੇਖ ਵੇਖ ਕੇ ਬੀਨ ਨੂੰ ਆਪਣਾ ਸਿਰ ਹਿਲਾਉਂਦਾ ਰਹਿੰਦਾ ਹੈ, ਤੇ ਲੋਕ ਖੁਸ਼ ਹੁੰਦੇ ਆ ਜੀ ਉਹ ਸੱਪ ਨਾ ਬੀਨ ਤੇ ਨੱਚਦਾ। ਤੇ ਯੋਗੀਆਂ ਨੂੰ ਪਤਾ ਸੀ ਇਸ ਗੱਲ ਦਾ। ਸੱਪ ਬਣ ਲੋਕਾਂ ਦੇ ਘਰੇ ਵੜਨਾ, ਉਸੇ ਦਿਨ ਤੋਂ ਭਾਰਤ ਦੇ ਲੋਕ ਸੱਪਾਂ ਨੂੰ ਬਾਬਾ ਕਹਿਣ ਲੱਗ ਗਏ ਆ। ਸਤਨਾਮ ਉਸੇ ਦਿਨ ਤੋਂ ਕਹਿੰਦੇ ਆ। ਦੱਸੋ ਸੱਪ ਬਾਬਾ ਹੁੰਦਾ ਕਿਹੜਾ? ਬਾਬੇ ਨੂੰ ਤੇ ਲੋਕ ਬਾਬਾ ਨਹੀਂ ਕਹਿੰਦੇ, ਘਰੇ ਬੁੜਾ ਬੈਠਾ ਨੂੰ ਚਾਹ ਨਹੀਂ, ਉਹਨੂੰ ਬੁੱਢਾ ਕਹਿੰਦੇ ਆ। ਤੇ ਬਾਬੇ ਨੂੰ ਖੀਰਾਂ ਚੜਾਉਂਦੇ ਫਿਰਦੇ ਉੱਤੇ ਸੇਵੀਆਂ। ਤੇ ਉਹੀ ਬੁੜੀ ਪਿੰਡ ਦੀ, ਕਿਉਂਕਿ ਮੈਂ ਆਪਣੇ ਨਾਨਕੇ ਵੇਖਿਆ ਕੋਈ ਚੱਲਦਾ ਰਿਹਾ ਪਹਿਲਾਂ, ਹੁਣ ਦਾ ਤੇ ਪਤਾ ਨਹੀਂ। ਗੂਗੇ ਮਾੜੀ ਤੇ ਜਾਣਾ, ਖੀਰ ਦਾ ਡੋਲੂ ਭਰ ਕੇ, ਬਾਬਾ ਦਰਸ਼ਨ ਨਾ ਦੇਈ, ਡੋਲੂ ਭਰੀ ਫਿਰਦੀਆਂ ਖੀਰ ਦਾ, ਵੀ ਘਰੇ ਦੇ ਦੋ ਕਿਸੇ ਨੂੰ ਸੇਵੀਆਂ ਦਾ। ਨਾ ਇਹ ਕੀ ਲੋੜ ਹੈ? ਜੇ ਕਿਤੇ ਉਹ ਬੀਜੀ ਤੋਂ ਤੁਰਿਆ ਨਹੀਂ ਜਾਂਦਾ, ਗੋਡੇ ਖਰਾਬ ਨੇ, ਜਿਸ ਬਾਬੇ ਨੂੰ ਮੱਥਾ ਟੇਕਣ ਗਈ ਆ ਨਾ, ਖੱਡ ਤੋਂ ਕਿਤੇ ਬਾਹਰ ਆ ਕੇ ਦਰਸ਼ਨ ਦੇ ਗਿਆ, ਉਹੀ ਬੁੜੀ 80 ਦੀ ਸਪੀਡ ਤੇ ਭੱਜਦੀ ਫਿਰ। ਆਖੋ ਸਤਨਾਮ। ਡੋਲੂ ਕਿਤੇ ਆਪ ਕਿਤੇ, ਵੇ ਫਲਾਣਿਆਂ ਬਚਾਈ ਬਾਬਾ ਆ ਗਿਆ। ਹੁਣ ਫਿਰ ਪੁੱਤਾਂ ਨੇ ਬਾਬਾ ਮੁੱਦਾ ਪਾ ਲਿਆ, ਡਾਂਗ ਕੱਢ ਲਈ। ਯਾਰ ਇਹੋ ਜਿਹਾ ਵੀ ਬਾਬਾ ਹੁੰਦਾ ਜਿਹਦਾ ਸਿਰ ਕੁੱਟ ਦੋ, ਦਰਸ਼ਨ ਦੇ ਗਿਆ, ਨਾ ਦੇ ਗਿਆ ਤੇ ਖੀਰਾਂ ਚੜਾਉਂਦੇ ਫਿਰੋ, ਸੇਵੀਆਂ ਚੜਾਉਂਦੇ ਫਿਰੋ। ਭਾਵ ਲੋਕਾਂ ਨੇ ਸੱਪਾਂ ਦੀਆਂ ਜੂਨਾਂ ਵੀ ਜਿਉਣੀਆਂ ਹਰਾਮ ਕਰਦੀਆਂ, ਸੱਪ ਵੀ ਵਿਹਲੇ ਕਰਤੇ, ਕਿਉਂਕਿ ਸੱਪਾਂ ਤੋਂ ਵੱਧ ਜ਼ਹਿਰ ਹੁਣ ਬੰਦਿਆਂ 'ਚ ਹੈ, ਇਨਸਾਨਾਂ 'ਚ ਹੈ। ਬੰਦੇ ਨੂੰ ਬੰਦਾ ਡਸ ਜਾਂਦਾ, ਸੱਪ ਨੂੰ ਸੱਪ ਨਹੀਂ ਲੰਘਦਾ। ਯੋਗੀ ਸੱਪ ਬਣ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਡਰਾਵੇ ਮਾਰਦੇ ਸੀ। ਜਦੋਂ ਲੋਕ ਕਹਿੰਦੇ ਸੀ ਜੈ ਸਿੱਧ ਬਾਬਾ ਤੇਰੇ ਆ ਸੀ, ਉਦੋਂ ਹੀ ਸਿੱਧ ਬਣ ਕੇ ਆ ਜਾਂਦੇ ਸੀ। ਕਹਿੰਦੇ ਅੱਜ ਤੋਂ ਬਾਅਦ ਕੰਨਾਂ 'ਚ ਮੁੰਦਰਾਂ ਪਾਓ, ਸਾਡਾ ਪੰਥ ਕਰਨਾ ਹੈ। ਏਦਾਂ ਲੋਕ ਬਣਾਏ ਉਹਨਾਂ ਨੇ, ਆਪਣੇ ਪਿੱਛੇ ਲਾ ਲਏ, ਕਿਤੇ ਸ਼ੇਰ ਬਣ ਕੇ ਚਲੇ ਜਾਣ। ਕਹਿੰਦੇ ਆ ਦਬਦਬਾ ਲੋਕਾਂ 'ਚ ਸਿੱਧਾਂ ਦਾ ਚੱਲਦਾ ਸੀ, ਇਸੇ ਕਰਕੇ ਉਹ ਹੰਕਾਰ ਕਰਦੇ ਨੇ। ਮਾਨਵ ਸੇਵਕ ਕਰਨ ਦਿਖਾਏ ਡਰਾਣ ਕੋ। ਇਹ ਕਰਾਮਾਤਾਂ ਤੇ ਰੱਬ ਨੇ ਦਿੱਤੀਆਂ ਸੀ ਲੋਕਾਂ ਦੇ ਭਲੇ ਵਾਸਤੇ, ਪਰ ਸਿੱਧਾਂ ਨੇ ਕਰਾਮਾਤਾਂ ਨਾਲ ਲੋਕਾਂ ਨੂੰ ਡਰਾਇਆ। ਜਿਵੇਂ ਇੱਕ ਰਾਜਾ ਮਹਾਰਾਜਾ, ਇੱਕ ਸ਼ਕਤੀਸ਼ਾਲੀ ਬੰਦਾ ਆਪਣੀ ਸ਼ਕਤੀ ਦਾ ਦੁਰਵਰਤੋਂ ਦੁਰਪ੍ਰਯੋਗ ਕਰੇ ਨਾ, ਫਿਰ ਇੱਕ ਦਿਨ ਭੁਗਤਣਾ ਵੀ ਪੈਂਦਾ ਹੈ। ਸਿੱਧਾਂ ਨੇ ਆਪਣੀ ਸ਼ਕਤੀ ਲੋਕਾਂ ਨੂੰ ਸਹਿਮ 'ਚ ਪਾਇਆ, ਲੋਕਾਂ ਨੂੰ ਡਰਾਇਆ ਆਪਣੀ ਪੂਜਾ ਵਾਸਤੇ। ਦੁਨੀਆ ਵਿਚਾਰੀ ਤੇ ਡਰਦੀ ਹੈ, ਜਿੱਧਰ ਕਹਿ ਦੋਗੇ ਉਧਰ ਹੋ ਜੂ। ਜ਼ਮਾਨਾ ਡਰਦਾ ਹੀ ਫਿਰਦਾ ਨਾ। ਆ ਬਿੱਲੀ ਰਾਹ ਕੱਟ ਜੇ ਕਿਸੇ ਦਾ, ਡਰਾਇਆ ਹੀ ਹੋਇਆ ਵੀ ਲੈ ਜੀ ਬਿੱਲੀ ਲੰਘ ਗਈ, ਕੰਮ ਨਹੀਂ ਬਣਦਾ। ਤੇ ਬਿੱਲੀ ਨੂੰ ਪੁੱਛੋ ਚੂਹਾ ਮਿਲੂਗਾ? ਨਹੀਂ ਮਿਲੂਗਾ। ਤੇਰਾ ਰਾਹ ਕੋਈ ਕੱਟ ਗਿਆ। ਬੇਈਮਾਨ ਬੰਦਾ ਜਿਹਨੂੰ ਰੱਬ ਤੇ ਵੀ ਭਰੋਸਾ ਨਹੀਂ, ਬੇਈਮਾਨ ਕਿਹਨੂੰ ਕਹਿੰਦੇ ਆ? ਜਿਹਦਾ ਈਮਾਨ ਕੋਈ ਨਹੀਂ, ਧਰਮ ਕੋਈ ਨਹੀਂ। ਪਰ ਅੱਜ ਆ ਹਾਲਤ ਬਣੀ ਹੋਈ ਹੈ ਸਾਡੇ ਦੇਸ਼ ਦੀ। ਤਰੱਕੀ ਕਰਕੇ ਵੀ ਅਸੀਂ ਕਿੱਥੇ ਤੁਰੇ ਫਿਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲੇ ਮਰਦਾਨੇ ਨੂੰ ਸਭ ਕੁਝ ਦੱਸਦੇ ਸੀ ਜੋ ਅੱਜ ਗੁਰੂ ਸਾਹਿਬ ਨੂੰ ਸੁਣਾ ਰਹੇ ਆ। ਕਹਿੰਦੇ ਪਾਤਸ਼ਾਹ ਐਡੀਆਂ ਕਰਾਮਾਤਾਂ ਦੇ ਮਾਲਕ ਹੋ ਕੇ ਸਿੱਧ ਅਜੇ ਵੀ ਈਰਖਾ ਵਿੱਚ ਸੜਦੇ ਹਨ। ਬੈਸੀ ਜਬ ਹੈ ਲਾਇਆ ਸੁਨ ਸਭੇ। ਕਹਿੰਦੇ ਕੋਈ ਸਰਾਣਾ ਲਾ ਕੇ ਸਿਲਾ ਦਾ ਬੈਠਾ ਸੀ, ਆਸਣ ਲਾ ਕੇ। ਜਦੋਂ ਗੁਰੂ ਗੋਰਖ ਆ ਗਏ ਆਪਣੀ ਆਪਣੀ ਸਮਾਧੀ ਚੋਂ, ਕਿਸੇ ਨੇ ਅੱਖ ਖੋਲੀ, ਕਿਸੇ ਨੇ ਨਾ ਖੋਲੀ। ਗੋਰਖ ਨੇ ਆਵਾਜ਼ ਦਿੱਤੀ ਉੱਚੀ, ਆਦੇਸ਼ ਸਿੱਧੂ ਆਦੇਸ਼, ਤਾਂ ਜੋ ਸਾਰੇ ਜਾਗ ਜਾਣ। ਗੁਰੂ ਕੁਝ ਅੱਜ ਦੱਸਣਾ ਚਾਹੁੰਦੇ ਨੇ। ਉਹ ਬੋਲਿਓ ਤਿੰਨ ਪ੍ਰਤ ਬਚਨ ਗੁਣਤ ਗੋਰਖ ਤਬੈ। ਗੋਰਖਨਾਥ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਹੇ ਨਾਥ। ਨਾਥ ਜਨ, ਨਾਥ ਕਹਿੰਦੇ ਆ ਯੋਗੀ ਨੂੰ, ਸਾਧੂ, ਰਿਸਪੈਕਟਡ ਸ਼ਬਦ ਹੈ। ਗੋਰਖ ਨੇ ਆਪਣੇ ਸਿੱਧਾਂ ਨੂੰ ਇਹ ਸ਼ਬਦ ਆਖਿਆ, ਹੇ ਨਾਥ ਸ਼ਰਵਣਨ, ਮੈਨੂੰ ਸੁਣੋ, ਲਿਸਨ ਟੂ ਮੀ। ਜੋ ਮੈਂ ਕਹਿੰਦਾ ਸੁਣ ਕੇ ਵੇਖੋ। ਕਹਿੰਦੇ ਸਭ ਸਿੱਧਾਂ ਨੇ
ਨੇਤਰ ਖੋਲੇ ਨੇ, ਆਪਣੀਆਂ ਅਵਸਥਾਵਾਂ ਖੋਲੀਆਂ ਨੇ, ਸਿਰ ਝੁਕਾਇਆ ਪ੍ਰਣਾਮ ਕੀਤੀ ਹੈ, ਕਿਉਂਕਿ ਗੁਰੂ ਨੇ, ਗੁਰੂ ਦਾ ਰਤਬਾ ਵੱਡਾ ਹੁੰਦਾ ਏ। ਪਵਿੱਤ ਨਾਨਕ ਹੈ ਤਪਾ ਇੱਕ, ਮਲ ਮੂਤ ਦੇਹ ਜਾਂ ਕੇ, ਤੁਮਰੋ ਸਥਾਨ ਦੇਖਵੇ ਕੇ ਥਿਤਿਆ ਵਈ। ਉਸ ਵੇਲੇ ਗੋਰਖਨਾਥ ਭਰੇ ਮਨ ਨਾਲ ਕਹਿੰਦਾ ਹੈ, ਸਿੱਧੋ ਮੇਰਿਓ, ਇੱਕ ਨਾਨਕ ਤਪਾ ਏ। ਤਪਾ ਤਪਸਵੀ, ਮਲ ਮੂਤ ਦੇਹ ਜੋਗੀ, ਭਾਵ ਜਿਹਦਾ ਮਲ ਮੂਤਰ ਦਾ ਸਰੀਰ ਹੈ। ਆ ਜਿਹੜਾ ਸਾਡਾ ਸਰੀਰ ਹੈ ਨਾ, ਐਵੇਂ ਮਾੜ ਜਾ ਨਾ ਕਰੇ ਤੇ ਮਲ ਮੂਤਰ ਤੋਂ ਬਾਅਦ ਕੁਝ ਨਹੀਂ ਹੈ। ਇਸੇ ਕਰਕੇ ਸਿੱਧ ਕਹਿੰਦੇ ਕਿ ਸਿੱਧਾਂ ਦੀ ਦੇਹ ਮਲ ਮੂਤਰ ਨਹੀਂ ਹੈ। ਉਹ ਆਪਣੇ ਸਰੀਰ ਨੂੰ ਖਾਲੀ ਕਰਕੇ ਬਹਿੰਦੇ ਸੀ, ਜਿਹਨੂੰ ਕਹਿੰਦੇ ਨੇਤੀ ਧੋਤੀ, ਮੂੰਹ ਵਿੱਚ ਦੀ ਕੱਪੜਾ ਪਾ ਕੇ ਗੋਦਾ ਥਣੀ, ਮਲ ਤਿਆਗ ਦਵਾਰ ਤੋਂ ਖਿੱਚ ਕੇ ਆਂਤੜੀਆਂ ਬਿਲਕੁਲ ਸਾਫ਼ ਕਰ ਦੇਣੀਆਂ ਨੇ, ਉਹ ਫੇਰ ਬਹਿੰਦੇ ਸੀ। ਮੈਂ ਕਹਿੰਦਾ ਕੋਈ ਬੰਦਾ ਰੋਟੀ ਖਾਣੀ ਛੱਡ ਦੇ, ਭਗਤੀ ਕਰਨ ਬਹਿ ਜੇ, ਢਿੱਡ 'ਚ ਹੀ ਗੈਸ ਬਣ ਜਾਣੀ ਹੈ, ਸੜੀ ਜਾਣਾ ਅੰਦਰ ਜੋ ਪਿਆ ਭੋਜਨ ਛੱਡਦਾ ਹੈ। ਕਈਆਂ ਦੇ ਜਿਉਂਦਿਆਂ ਦੇ ਸੜੀ ਜਾਂਦਾ, ਬੈਠੀ ਕੋਲ ਬਹਿਣਾ ਔਖਾ ਕਰ ਦਿੰਦੇ, ਸੜਦਾ ਨਾ ਅੰਦਰ ਰਾਸ਼ਨ। ਸਿੱਧ ਅੰਦਰ ਸਾਫ਼ ਕਰਦੇ ਆ, ਉਹਨੂੰ ਕਹਿੰਦੇ ਨੇਤੀ ਧੋਤੀ। ਉਹਨਾਂ ਇਸੇ ਕਰਕੇ ਕਿਹਾ, ਵਿਅੰਗ ਵਰਤਿਆ, ਕਹਿੰਦੇ ਨਾਨਕ ਤਪਾ ਬੜੀ ਭਗਤੀ ਵਾਲਾ, ਮਲ ਮੂਤਰ ਦਾ ਸਰੀਰ ਲੈ ਕੇ ਆ ਗਿਆ, ਭਾਵ ਮਿੱਟੀ ਦਾ ਸਰੀਰ ਲੈ ਕੇ ਆ ਗਿਆ, ਇੱਥੇ ਤੇ ਆ ਹੀ ਨਹੀਂ ਸਕਦਾ ਕੋਈ। ਜਦੋਂ ਸਿੱਧਾਂ ਨੇ ਸੁਣਿਆ ਬੜੇ ਹੈਰਾਨ ਹੋ ਗਏ, ਕਹਿੰਦਾ ਤੁਸੀਂ ਇੱਥੇ ਮੰਡਲੀਆਂ 'ਚ ਚੌਂਕੜੇ ਲਾਈ ਬੈਠੇ ਹੋ, ਉਹਨੇ ਤੁਹਾਡੀ ਇਸ ਮੰਡਲੀ ਤੇ ਹਮਲਾ ਕਰ ਦੇਣਾ ਹੈ। ਚੱਕਵੀਂ ਗੱਲ ਕਰਦਾ ਗੋਰਖਨਾਥ। ਜਦੋਂ ਚੇਲੇ ਸੁਣਨਗੇ ਜੇ ਗੁਰੂ ਦੁਖੀ ਆ ਤੇ ਚੇਲਾ ਕਾਹਦਾ ਜੀ ਜਿਹੜਾ ਆਖੇ ਲੈ ਬਾਬਾ ਪਹਿਲਾਂ ਮੈਨੂੰ ਸੁਣ ਦੇ ਯਾਰ, ਤੂੰ ਫੇਰ ਗੱਲ ਕਰੀ। ਨਹੀਂ, ਐਕਟਿਵ ਹੋ ਗਏ ਸਾਰੇ। ਗੋਰਖਨਾਥ ਦਾ ਬੋਲਿਆ ਬੋਲ ਸਿੱਧ ਧਿਆਨ ਨਾਲ ਸੁਣਦੇ ਹਨ। ਹੋਏ ਜੋ ਸੁਜਾਨ ਕਲਾਵਾਨ, ਗੁਣਵਾਨ ਵੱਡੋ, ਬਾਦ ਕਰੇ ਤਾਂ ਸੋ ਜਾਏ, ਜੀਤ ਕੇ ਹਟਾਵੇ। ਤੇ ਫੇਰ ਉਹ ਕੀ ਕਹਿੰਦਾ ਹੈ, ਉਹਨੇ ਕਿਸੇ ਨੂੰ ਇਹ ਨਹੀਂ ਦੱਸਿਆ ਵੀ ਮੈਂ ਉੱਥੋਂ ਨਿਰੁੱਤਰ ਹੋ ਕੇ ਆਇਆ, ਨਹੀਂ ਦੱਸਿਆ ਉਹਨੇ। ਬੇਇੱਜ਼ਤੀ ਆ ਫਿਰ ਤੇ। ਅਗਲੇ ਕਹਿਣਗੇ ਬਾਬਾ ਸਾਨੂੰ ਕਿਉਂ ਭੇਜੀ ਜਾਂਦਾ ਜੇ ਆਪ ਟੰਬੇ ਖਾ ਕੇ ਆਇਆ। ਪਤਾ ਕੀ ਕਹਿੰਦਾ ਅੱਗੋਂ, ਕਹਿੰਦਾ ਜੇ ਤੁਹਾਡੇ ਚੋਂ ਕੋਈ ਗੁਣਵਾਨ ਹੈ, ਵੱਡਾ ਕੋਈ ਕਲਾਵਾਨ ਹੈ, ਨਾਨਕ ਤਪਾ ਸਾਡੇ ਨਾਲ ਵਾਦ ਵਿਵਾਦ ਕਰਨ ਆਇਆ, ਮੇਰੀ ਅੰਤਰਜਾਮਤਾ ਕਹਿੰਦੀ ਉਹ ਸਮੇਰ ਤੇ ਪਹੁੰਚ ਗਿਆ। ਅੰਤਰਜਾਮਤਾ, ਤੂੰ ਤੇ ਪੱਥਰ ਡਾਉਂਦਾ ਫਿਰਦਾ ਸੀ। ਬੜੇ ਲੋਕ ਹੁੰਦੇ ਆ ਜੀ, ਕਈ ਨਾ ਇਹੋ ਜਿਹੇ ਹੁੰਦੇ, ਘਾਟਾ ਘੂਟਾ ਕਿਸੇ ਕੰਪਨੀ 'ਚ ਖਾ ਕੇ ਆਏ ਹੁੰਦੇ, ਤੇ ਜੋ ਦੂਜੇ ਦੇ ਮੂੰਹ ਤੋਂ ਸੁਣਦੇ ਅੱਛਾ ਹੋਰ ਕੀ ਹੁੰਦਾ ਹੈ, ਫਿਰ ਗੱਲਾਂ ਤੋਂ ਪਤਾ ਲੱਗ ਜਾਂਦਾ ਵੀ ਰਗੜਾ ਤੈਨੂੰ ਵੀ ਲੱਗਿਆ ਲੱਗਦਾ। ਸਾਡਾ ਨਾਮ ਦੱਸਦੇ ਨਹੀਂ ਹੁੰਦੇ ਲੋਕੀ, ਬਹੁਤ ਚਲਾਕ ਨੇ ਲੋਕੀ। ਦੂਜੇ ਦੇ ਮੂੰਹ ਤੋਂ ਸੁਣਦੇ ਆ ਅੱਛਾ ਜੀ ਫਿਰ ਕੀ ਹੋਇਆ, ਕੀ ਕਹਿੰਦਾ ਸੀ, ਭਾਵੇਂ ਇੱਕੋ ਗੱਲ ਹੋਵੇ ਆਪਣੀ। ਕਹਿੰਦਾ ਤੁਹਾਡੇ 'ਚ ਕੋਈ ਐਸਾ ਵਲੀ ਸਿੱਧ ਹੋਵੇ ਜੋ ਨਾਨਕ ਤਪੇ ਨਾਲ ਵਾਦ ਵਿਵਾਦ ਕਰੇ। ਵਾਦ ਹੁੰਦਾ ਝਗੜਾ, ਤੇ ਵਿਵਾਦ ਬੋਲ ਬਾਣੀ ਵੱਧ ਘੱਟ, ਜੋ ਮਰਜੀ ਵੀ ਐਸੀ ਕਰਾਮਾਤ ਵਰਤਾਓ, ਉਹਦੇ ਹੱਥ ਜੜਾਵੇ। ਜਿਹਦਾ ਗੁਰੂ ਹੰਕਾਰੀ, ਉਹਦੇ ਚੇਲੇ ਕਿੰਨੇ ਹੰਕਾਰੀ ਹੋਣਗੇ। ਕਹਿੰਦੇ ਜਦੋਂ ਆਪਣੇ ਗੁਰੂ ਨੂੰ ਦੁਖੀ ਵੇਖਿਆ ਨਾ, ਸਿੱਧਾਂ ਨੂੰ ਗੁੱਸਾ ਚੜ ਗਿਆ, ਕ੍ਰੋਧ ਭਰਿਆ ਮਨ ਦੇ ਵਿੱਚ, ਸੜੇ ਪਏ ਅੰਦਰੋਂ ਤੇ। ਜਦੋਂ ਉਹਨਾਂ ਵੇਖਿਆ ਵੀ ਗੁਰੂ ਸਾਹਿਬ ਸਮੇਰ ਪਰਬਤ ਤੇ ਆ ਰਹੇ ਆ, ਨਾਨਕ ਤਪਾ ਨਾਮ ਦਾ ਕੋਈ ਮਨੁੱਖ ਧਰਤੀ ਤੋਂ ਚੱਲ ਕੇ ਆਇਆ ਹੈ, ਸਭ ਨੂੰ ਹੋਵੇ ਵੀ ਮੈਂ ਰੋਕਾਂ ਜਾ ਕੇ, ਮੈਂ ਪਤਾ ਨਹੀਂ ਕਿਹੜੀ ਰੋਕਾਂ। ਇੱਕ ਤੋਂ ਇੱਕ ਸਿੱਧਾ ਅੱਗੇ ਹੋ ਕੇ ਬੈਠੇ, ਜਿਉਂ-ਜਿਉਂ ਗੁਰੂ ਉਹਨਾਂ ਦਾ ਗੁਰੂ ਸਾਹਿਬ ਬਾਰੇ ਦੱਸੇ, ਗੱਲ ਵਧਾ ਚੜਾ ਕੇ ਕਹਿੰਦਾ ਨਾ, ਕਹਿੰਦਾ ਕੋਈ ਐਸਾ ਹੋਵੇ ਉਹਨੂੰ ਸਮੇਰ ਪਰਬਤ ਤੇ ਆਉਣ ਤੋਂ ਰੋਕੇ, ਜੋ ਇੱਥੇ ਆ ਗਿਆ ਤੁਹਾਡੀਆਂ ਜਮਾਤਾਂ ਵਖੇਰ ਦੇਗਾ, ਉਹ ਬਾਦ ਵਿਵਾਦ ਕਰਦਾ ਏ। ਨਾਮ ਤੋਂ ਉਪਦੇਸ਼ ਦੇ ਕੇ, ਚੇਲੋ ਕਹਿ ਲਿਆਵੋ ਤਾਂ ਕੋ, ਜ਼ਲੇ ਸਿਧ ਮਾਹੀ ਸੋ ਅਮਰ ਪਦ ਪਾਵੇ। ਜੇ ਤੁਹਾਡੇ ਚੋਂ ਕੋਈ ਨਾਨਕ ਤਪੇ ਨੂੰ ਇੱਥੇ ਫੜ ਕੇ ਲੈ ਕੇ ਆਵੇ, ਭਾਵ ਉਹਨੂੰ ਚਰਚਾ 'ਚ ਹਰਾ ਦੇਵੇ, ਮੈਂ ਇੱਥੋਂ ਤੱਕ ਕਹਿਣਾ ਵੀ ਜੇ ਤੁਸੀਂ ਗੁਰੂ ਬਣ ਕੇ ਉਹਨੂੰ ਆਪਣਾ ਸੇਵਕ ਬਣਾ ਲਿਆ, ਤੁਹਾਨੂੰ ਮੁਕਤੀ ਮਿਲੂਗੀ, ਅਮਰ ਪਦ ਮਿਲੂਗਾ। ਫਿਰ ਤੁਸੀਂ ਉਹਨੂੰ ਆਪਣਾ ਹੀ ਸੇਵਕ ਬਣਾ ਕੇ ਰੱਖਿਓ, ਤੁਹਾਡਾ ਸੇਵਕ ਬਣ ਕੇ ਰਵੇ। ਮੈਂ ਨਹੀਂ ਕਹਿੰਦਾ ਮੇਰਾ ਸੇਵਕ ਬਣਾਓ, ਇਹ ਕੀ ਹੈ, ਬਟਰਿੰਗ ਕਰਦੀ, ਕਿਸੇ ਨੂੰ ਪੰਪ ਦੇ ਦੇਣਾ ਵੀ ਜੇ ਤੇਰੀ ਚੱਲਦੀ ਤੂੰ ਚਲਾ ਕੇ ਵੇਖ ਲਾ।
ਕਹਿੰਦੇ ਤੁਸੀਂ ਆਪਣਾ ਸੇਵਕ ਬਣਾਓ, ਇੱਥੇ ਲੈ ਆਓ, ਕੰਨਾਂ 'ਚ ਮੁੰਦਰਾ ਪਾ ਦਾਂਗੇ ਉਹਨਾਂ ਦੇ। 3 ਜਣੇ ਆ, ਉਹਨਾਂ 'ਚੋਂ ਇੱਕ ਬਹੁਤ ਪ੍ਰਤਾਪੀ ਹੈ ਜਿਹਨੂੰ ਨਾਨਕ ਨਾਨਕ ਕਹਿੰਦੇ ਆ। ਲੋਕੀ ਕਹਿੰਦੇ ਰੱਬ ਹੈ। ਗੁੱਸਾ ਚੜ ਗਿਆ ਸਿੱਧਾ ਨੂੰ ਵੀ ਸਾਡੇ ਗੁਰੂ ਹੁੰਦੇ ਰੱਬ ਕਿਹੜਾ ਆ ਜਾਊਗਾ। ਵੀ ਹੰਕਾਰੀ ਲੋਕ ਕੀ ਕਰਦੇ ਆ ਵੀ ਸਾਡੇ ਰੱਬ ਤੋਂ ਵੱਡਾ ਰੱਬ ਕਿਹੜਾ ਹੋ ਜਾਊਗਾ ਜੀ, ਅਸੀਂ ਤੇ ਆਹ ਕਰ ਦਾਂਗੇ। ਉਹ ਗੱਲਾਂ ਕਰੀ ਜਾਏ, ਸਿੱਧਾ ਨੂੰ ਸਾਹ ਆਉਣਾ ਬੰਦ ਹੋ ਗਿਆ ਗੁੱਸੇ 'ਚ, ਐਨੇ ਭੜਕ ਗਏ। ਵੈਸੇ ਜੀਤੇ ਪਾਸ ਭਇਓ ਸਭ ਕੋ ਹੁਲਾਸ, ਹੋਰ ਖਾਏ ਕੇ ਤਮਕ ਕੋ ਮਛਿੰਦਰ ਜੋ ਅੱਲਾ ਵੇ। ਜਦੋਂ ਸਾਰੇ ਸੁਣਦੇ ਰਹੇ, ਗੁੱਸਾ ਸੁਣ ਕੇ ਸਾਰਿਆਂ ਨੂੰ ਆ ਗਿਆ। ਕਹਿੰਦੇ ਇੱਕ ਸਿੱਧ ਸੀ ਜਿਹਦਾ ਨਾਂ ਸੀ ਮਛਿੰਦਰ ਨਾਥ, ਉਹ ਸਾਰਿਆਂ ਤੋਂ ਪਿੱਛੇ ਬੈਠਾ, ਗੁੱਸਾ ਚੜਿਆ, ਭੱਜ ਕੇ ਆਇਆ, ਚਮਟਾ ਕੱਢਤਾ, ਕਹਿੰਦਾ ਬਾਬਾ ਮੈਨੂੰ ਦੱਸ। ਹੁਣ ਇਹਦੇ ਜੁੱਤੀਆਂ ਖਾਣ ਦਾ ਟਾਈਮ ਆ। ਸਤਿਨਾਮ ਇਹਨੂੰ ਕਹਿੰਦੇ ਆ ਵੀ ਜਦੋਂ ਮਾੜਾ ਟਾਈਮ ਆ ਜੇ ਨਾ, ਸੱਪ ਸੜਕ ਤੇ ਨਿਕਲ ਆਉਂਦਾ ਹੈ, ਕੁੱਤਾ ਮਸੀਤੇ ਜਾ ਕੇ ਮੂਰਦਾ ਹੈ, ਆਈ ਹਾਲ ਹੈ। ਤੇ ਜਿਹੜਾ ਮਾੜਾ ਬੰਦਾ ਲੋਕੀ ਨੂੰ ਚੌਧਰੀ ਬਣਾ ਦਿੰਦੇ, ਕਹਿੰਦੇ ਲੈ ਯਾਰ ਤੈਨੂੰ ਸਰਪੰਚੀ 'ਚ ਖੜਾ ਕਰਦੇ ਆ, ਹਾਰੇਗਾ, ਜੁੱਤੀਆਂ ਖਾਏਗਾ, ਸਾਨੂੰ ਕੀ ਹੈ। ਸਵਾਦ ਹੀ ਲੈਂਦੀ ਹੈ ਦੁਨੀਆ, ਮਾਫ ਕਰਿਓ, ਬਚਿਆ ਕਰੋ। ਅਗਲਾ ਕਹਿੰਦਾ ਯਾਰ ਤੈਨੂੰ ਪ੍ਰਧਾਨ ਬਣਾ ਦਿੰਦੇ, ਲੋਕ ਆ ਪਿੱਛੇ ਰਹਿੰਦੇ ਆ, ਬੈਕ ਸਟੇਜ ਸਭ ਕੁਛ ਆਪ ਕਰਦੇ ਆ। ਸਾਡੇ ਪੰਜਾਬ 'ਚ ਨਹੀਂ ਚੱਲਦਾ ਜੀ। ਮੁਖੀਆ ਕੋਈ ਬਣਿਆ ਹੋਇਆ, ਚਾਬੀ ਕੋਈ ਤਾਂ ਘਰ ਦਾ ਵਿੱਚ, ਰੌਲਾ ਤੁਹਾਡੇ ਸਾਹਮਣੇ ਚੱਲਦਾ ਹੁੰਦਾ 6 ਮਹੀਨਿਆਂ ਤੋਂ। ਇਹ ਇੱਕ ਤਰੀਕਾ ਹੁੰਦਾ ਹੈ ਦੁਨੀਆ ਦੇ ਇਸ ਵਿੱਚ ਲੋਕਾਂ ਨੂੰ ਉਲਝਾਉਣ ਦਾ। ਜਿਸ ਵੇਲੇ ਮਛਿੰਦਰ ਨਾਥ ਚੱਲ ਕੇ ਆਇਆ, ਗੋਰਖਨਾਥ ਨੇ ਹੱਥ ਖੜਾ ਕੀਤਾ, ਕਹਿੰਦਾ ਜਿਉਂਦਾ ਰਹਿ ਪੁੱਤਰ, ਮਾਣ ਸੀ ਤੇਰੇ ਤੇ। ਉਹ ਕਹਿੰਦਾ ਕਿਹੜਾ ਜੰਮ ਪਿਆ ਇੱਥੇ ਮੇਰੇ ਗੁਰੂ ਦੇ ਸਾਹਮਣੇ ਆਉਣ ਵਾਲਾ, ਕੋਈ ਬੋਲਣ ਵਾਲਾ, ਸੁਮੇਰ ਪਰਬਤ ਤੇ ਆਉਣ ਵਾਲਾ। ਇੰਨਾ ਗੁੱਸਾ ਚੜਿਆ ਮਛਿੰਦਰ ਨਾਥ ਨੂੰ, ਕਹਿੰਦੇ ਸਾਹ ਨਹੀਂ ਆਉਂਦਾ, ਫਰਾਟੇ ਮਾਰ ਮਾਰ ਬੋਲਦਾ। ਪਿੱਛੋਂ ਭੱਜ ਕੇ ਆਇਆ, ਅੱਗੇ ਆ ਕੇ ਬਹਿ ਗਿਆ, ਕਹਿੰਦਾ ਮੈਨੂੰ ਦੇ ਮੌਕਾ, ਮੈਂ ਗੁਰੂ ਜੀ ਤੁਹਾਡੇ ਪੈਰੀ ਸੁੱਟ ਦਿਆਂਗਾ, ਲਿਆ ਕੇ ਘੜੀਸਾ ਪਾ ਕੇ ਲੈ ਕੇ ਆਵਾਂਗਾ। ਬਿਤ ਕੈਸੇ ਕੋ ਹੋਏ ਸਭ, ਜੀਤੋ ਜਾਏ ਤਾਂ ਕੋ ਅਬ, ਆਵਣ ਨ ਦੇਹੂੰ ਕਿਨੋਂ ਚੇਲੋ ਕਰ ਲਿਆਓ। ਬੜੇ ਹੰਕਾਰ 'ਚ ਮਛਿੰਦਰ ਨਾਥ ਆਪਣੇ ਗੁਰੂ ਦੇ ਪੈਰਾਂ ਤੇ ਡਿੱਗ ਕੇ ਕਹਿੰਦਾ ਗੁਰੂ ਜੀ ਬਸ ਤੁਹਾਡਾ ਥਾਪੜਾ ਚਾਹੀਦਾ, ਮੈਂ ਚੇਲਾ ਬਣਾ ਕੇ ਲੈ ਆਉਂਗਾ ਨੂੰ ਫੜ ਕੇ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਤੁਹਾਨੂੰ ਬੜੇ ਮਿਲਦੇ, ਬਚਿਆ ਕਰੋ। ਲੋੜ ਪਈ ਤੇ ਫੋਨ ਨਹੀਂ ਚੱਕਦੇ, ਆਖੋ ਸਤਿਨਾਮ, ਲੱਭਦੇ ਨਹੀਂ ਹੁੰਦੇ। ਮਛਿੰਦਰ ਨਾਥ ਜਦੋਂ ਬੋਲਿਆ, ਬਾਕੀ ਸਿੱਧਾਂ ਨੇ ਪਿੱਛੋਂ ਕਹਿੰਦੇ ਜੈ ਮਛਿੰਦਰ ਨਾਥ ਦੀ। ਇਹ ਕੌਣ ਹੈ? ਆਹ ਜਿਹੜੇ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਆ ਨਾ, ਇਹਨਾਂ ਤੋਂ ਬਚੋ ਭਾਈ। ਇਹ ਡੱਬੂ ਕੰਧ ਤੇ ਚੜਾ ਕੇ ਮੁੜ ਕੇ ਲੱਭਦੇ ਨਹੀਂ ਹੁੰਦੇ ਆਪ ਕਿੱਥੇ। ਕੋਈ ਨਹੀਂ ਖੜਦਾ ਕਿਸੇ ਨਾਲ ਜਦੋਂ ਕੋਰਟ ਕਚਹਿਰੀ ਕੇਸ ਹੋਵੇ, ਨਾ ਫਿਰ ਜਿੰਦਾਬਾਦ ਵਾਲਾ ਲੱਭੇ ਤੇ ਨਾ ਚਾਬੀਬਾਦ ਵਾਲਾ ਲੱਭੇ। ਅੱਜ ਇਹ ਹਾਲਾਤ ਇਦਾਂ ਦੇ ਚੱਲਦੇ ਆ। ਜਦੋਂ ਕਹਿੰਦੇ ਜੀ ਮਛਿੰਦਰ ਨਾਥ ਗੁੱਸੇ 'ਚ ਬੋਲਿਆ ਨਾ, ਕਹਿੰਦਾ ਮੈਂ ਗਲ ਵਿੱਚ ਸਾਫਾ ਪਾ ਕੇ ਘੜੀਸ ਕੇ ਲੈ ਕੇ ਆऊं, ਗੁਰੂ ਤੇਰੇ ਚਰਨਾਂ 'ਚ ਸਿੱਧ ਬਣਾ ਦਿਆਂਗਾ, ਸਿੱਧ ਤੇ ਮੈਂ ਗੁਰੂ ਕਹਾਵਾਂਗਾ, ਐਸੀ ਚਰਚਾ ਵਿੱਚ ਹਰਾਵਾਂਗਾ। ਉਹ ਸਮੇਰ ਪਰਬਤ ਤੇ ਆਉਣ ਤੋਂ ਬਾਅਦ ਵੀ ਸਦਾ ਪਛਤਾਉਂਦੇ ਰਹਿਣਗੇ। ਦੇਹ ਕੋ ਬਣਾਉ ਬੁਝੋ, जोग हूँ को बात करूं, कैसे कै जवाब दे ताहे को हटाए हूं। पर कहते बड़ा गोरखनाथ कूल डाउन होया जा बैठा है, वो ते पहले जाया है ना, वो क्यों पढ़ूगा। मछिंद्र नाथ मिलिया नहीं, कहता जी मैं योगी बना के छड्डू, कंनी मुद्रा पवा देंगा, हाथ विच उन्हां दे सोटा फड़ा देंगा, ਇੱਥੇ ਬਹਿ ਕੇ ਗੁਰੂ ਗੋਰਖ ਗੁਰੂ ਗੋਰਖ ਗੁਰੂ ਗੋਰਖ ਜਪਣਗੇ। ਕੌਣ ਹੁੰਦੇ ਆ ਉਹ? ਮੈਥੋਂ ਬਾਅਦ ਵਿਵਾਦ 'ਚ ਜਿੱਤ ਨਹੀਂ ਸਕਦੇ। ਇਹ ਵਿਹਲਾ ਵਹਿਮ ਹੈ ਵੀ ਮੈਂ ਹੀ ਸਾਰਾ ਕੁਝ ਹਾਂ ਦੁਨੀਆ ਤੇ, ਮੈਂ ਹੀ ਮੈਂ ਆ। ਵਹਿਮ ਨਾ ਰੱਖੋ, ਛੇਤੀ ਕੋਈ ਵਹਿਮ ਕੱਢ ਜਾਂਦਾ। ਬਹੁਤ ਦੁਨੀਆ ਇੱਕ ਤੋਂ ਇੱਕ ਪਈ, ਪਰਮਾਤਮਾ ਦੀ ਸਾਜੀ ਹੋਈ। ਕਹਿੰਦੇ ਮਛਿੰਦਰ ਨਾਥ ਹਉਮੈ 'ਚ ਗੜਕ ਗੜਕ ਕੇ ਬੋਲੇ। ਇਹ ਆਵਾਜ਼ ਊਨੇ ਪਰਬਤ ਤੇ ਜਾ ਰਹੀ ਸੀ। ਭਾਈ ਮਰਦਾਨਾ ਕਹਿੰਦਾ ਬਾਬਾ ਆਵਾਜ਼ ਕਿਹਦੀ ਹੈ? ਗੁਰੂ ਸਾਹਿਬ ਕਹਿੰਦੇ ਚਿੰਤਾ ਨਾ ਕਰ, ਬਸ ਹੁਣੇ ਆਇਆ ਲੈ ਸਤਨਾਮ, ਤੈਨੂੰ ਵੀ ਕਰਾ ਦਿੰਦੇ ਦਰਸ਼ਨ। ਐਡੀ ਉੱਚੀ ਬੋਲਦੇ ਸੀ, ਕਿੰਨੀ ਨਫ਼ਰਤ ਅੰਦਰ ਹੋਣੀ, ਕਿੰਨਾ ਗੁੱਸਾ ਹੋਣਾ, ਕਿੰਨਾ ਜ਼ਹਿਰ ਹੋਣਾ। ਕਹਿੰਦਾ ਪਹਿਲਾਂ ਤੇ ਉਹਦੀ ਹਿੰਮਤ ਕਿਵੇਂ ਪਈ ਵੀ ਸਿੱਧਾਂ ਦੀ ਇਸ ਜਮਾਤ ਵਿੱਚ ਆਉਣ ਦੀ, ਇੱਥੇ ਧਰਤੀ ਤੋਂ ਚੱਲ ਕੇ। ਜੇ ਉਹ ਆ ਗਏ ਨਾ, ਖਾਲੀ ਵਾਪਸ ਪਰਤਦੇ ਨਹੀਂ। ਇਤੋਂ ਤੇ ਆਇਓ कित देश जाऊं चाहे सो, मन के मनोरथ
ਤਾਂ ਉਰੇ ਜਿਉ ਬਲਾਏ ਹੂੰ। ਤੇ ਉਸ ਵੇਲੇ ਆਪਣੇ ਗੁਰੂ ਨੂੰ ਪੁੱਛਦਾ ਹੈ, ਗੁਰੂ ਜੀ ਕਿਰਪਾ ਕਰਕੇ ਦੱਸੋ ਆਏ ਕਿੱਥੋਂ, ਜਾਣਗੇ ਕਿੱਥੇ ਉਹਨਾਂ ਦਾ ਮਨੋਰਥ ਕੀ ਹੈ। ਗੁਰੂ ਭੋਲਾ ਜਿਹਾ ਬਣ ਕੇ ਕਹਿੰਦਾ ਮੈਨੂੰ ਇਹ ਤਾਂ ਨਹੀਂ ਪਤਾ, ਪਰ ਇੰਨਾ ਪਤਾ ਵੀ ਵਲੀ ਬਹੁਤ ਨੇ, ਕਰਾਮਾਤੀ ਬਹੁਤ ਨੇ। ਬੜੀ ਭਾਈ ਦੁਨੀਆ ਚਲਾਕ ਹੁੰਦੀ ਇੱਥੇ। ਕਈ ਵਾਰ ਨਾ ਲੋਕੀ ਪੰਪ ਮਾਰ ਕੇ ਇਹੋ ਜਿਹੇ ਬੰਦੇ ਦੇ ਸਾਹਮਣੇ ਕਰ ਦਿੰਦੇ ਆ ਜਿੱਥੇ ਜਾ ਕੇ ਬੰਦਾ ਜਲੀਲ ਹੋ ਜਾਂਦਾ ਹੈ। ਅਗਲਾ ਕਹਿੰਦਾ ਮੈਂ ਐਂ ਕਰ ਦੂੰ, ਆਹ ਕਰ ਦੂੰ, ਮੇਰੇ ਅੱਗੇ ਕਿਹੜਾ ਖੰਗਦਾ ਹੈ। ਜਦੋਂ ਸਾਹਮਣੇ ਬੈਠਾ ਹੁੰਦਾ ਨਾ ਫਿਰ ਸ਼ਰਮਿੰਦਾ ਜਿਹਾ ਹੋ ਜਾਂਦਾ ਵੀ ਯਾਰ ਇੱਥੇ ਇਹਨੇ ਆਹ ਕੀਤਾ ਸੀ, ਛੱਡ ਪਰ। ਮਛਿੰਦਰ ਨਾਥ ਨੂੰ ਕਹਿੰਦਾ ਜਾ ਮੇਰਾ ਆਸ਼ੀਰਵਾਦ ਆ ਤੇਰੇ ਨਾਲ, ਤੂੰ ਜਿੱਤ ਕੇ ਆਏਗਾ। ਕੀਜੈ ਨਾ ਆਵਾਰ ਦੀਜੈ ਆਏ ਸੋ ਚਾਰ ਜੀਤੋਂ, ਸਭੈ ਸਿੱਧ ਮੰਡਲੀ ਕੋ ਬਾਰ ਜਬ ਪਾਏ ਹੋ। ਤੇ ਸਾਰੀ ਸਿੱਧ ਮੰਡਲੀ ਨੂੰ ਮੱਥਾ ਟੇਕ ਕੇ ਕਹਿੰਦਾ ਸਿੱਧੋ ਆਪਣੀਆਂ ਕਰਾਮਾਤਾਂ ਦਿਓ, ਆਸ਼ੀਰਵਾਦ ਦਿਓ, ਬਚਨ ਦਿਓ। ਕਹਿੰਦੇ ਆਸ਼ੀਰਵਾਦ। ਫਿਰ ਗੁਰੂ ਨੂੰ ਕਹਿੰਦਾ ਗੁਰੂ ਜੀ ਤੂੰ ਛੇਤੀ ਆਸ਼ੀਰਵਾਦ ਦੇ ਸਿਰ ਤੇ ਹੱਥ ਰੱਖ ਮੇਰੇ, ਮੈਂ ਛੇਤੀ ਜਾਵਾਂ, ਲੈ ਕੇ ਆਵਾਂ ਫੜ ਕੇ। ਤੇ ਗੁਰੂ ਅੰਦਰੋਂ ਤੇ ਬੜਾ ਹੈਰਾਨ ਹੈ ਵੀ ਪੁੱਤਰਾ ਜਿੱਥੇ ਤੇਰਾ ਗੁਰੂ ਕੁਛ ਨਹੀਂ ਕਰ ਸਕਿਆ ਤਾਂ ਇੱਥੋਂ ਕੀ ਹੋਣਾ, ਇਹਦੇ ਪਤਾ ਹੀ ਹੁੰਦਾ ਨਾ। ਪਰ ਕਹਿੰਦਾ ਮਛਿੰਦਰ ਨਾਥ ਖਾਲੀ ਨਾ ਆਵੀਂ ਮੁੜ ਕੇ। ਕਹਿੰਦਾ ਨਾ ਗੁਰੂ ਜੀ ਚਿੰਤਾ ਨਾ ਕਰੋ, ਕਿਹੜੀ ਸੇਵਾ ਕੇ ਲੈ ਕੇ ਆ। ਕਿਹੜਾ ਹੋਇਆ ਜਿਹੜਾ ਮੇਰੇ ਗੁਰੂ ਨੂੰ ਚੈਲੰਜ ਕਰਦਾ ਇੱਥੇ ਤੱਕ ਆ ਜੇ। ਕਹਿੰਦਾ ਬਾ ਥਾਪੜਾ ਦਿਓ ਫਟਾਫਟ। ਕਹਿੰਦਾ ਜਾ ਥਾਪੜਾ। ਕਹਿੰਦਾ ਆਦੇਸ਼ ਆਦੇਸ਼। ਗੋਰਖਨਾਥ ਤੇ ਸਿੱਧ ਵੀ ਕਹਿੰਦੇ ਮਛਿੰਦਰਾ ਤੈਨੂੰ ਆਦੇਸ਼, ਤੈਨੂੰ ਆਦੇਸ਼। ਸਾਰਿਆਂ ਤੋਂ ਆਸ਼ੀਰਵਾਦ ਲੈ ਕੇ, ਜਿਵੇਂ ਲੀਡਰ ਜੇ ਨਹੀਂ ਆਉਂਦੇ ਹੁੰਦੇ ਸਟੇਜ ਤੇ, ਬੜੇ ਹੱਥ ਪਹਿਲਾਂ ਬੀਬੀਆਂ ਵਾਲੇ ਪਾਸੇ ਜੋੜਨਗੇ, ਫਿਰ ਬੰਦੇ ਵਾਲੇ ਪਾਸੇ, ਫਿਰ ਸਾਰਿਆਂ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੋੜਦੇ ਆ ਨਾ। ਜੀ ਗਲੀ ਚੋਂ ਲੰਘਣ ਪੈਰੀ ਹੱਥ ਲਾਉਂਦੇ ਫਿਰਦੇ ਆ। ਤੇ ਜਦੋਂ ਕਿਸੇ ਗੱਡੀ ਤੇ ਬਹਿ ਜਾਣਾ ਫਿਰ ਸਿਕਿਉਰਿਟੀ ਵਾਲੇ ਧੱਕੇ ਮਾਰਦੇ ਆ, ਕੋਲੇ ਨਹੀਂ ਖੜਨ ਦਿੰਦਾ ਕੋਈ, ਉਹੀ ਹੁੰਦੇ ਆ। ਮਛਿੰਦਰ ਨਾਥ ਇੰਨੇ ਹੰਕਾਰ ਚ ਆਇਆ, ਇਹਨੂੰ ਹੰਕਾਰ ਕਹਿੰਦੇ ਆ ਵੀ ਮੈਂ ਸਿੱਧਾ, ਮੇਰਾ ਕੋਈ ਕੀ ਕਰੂਗਾ, ਮੇਰਾ ਗੁਰੂ ਨਾਲ ਹੈ, ਮੇਰੀ ਜਮਾਤ ਨਾਲ ਹੈ। ਕਹਿੰਦੇ ਆਦੇਸ਼ ਆਦੇਸ਼ ਕਹਿ ਕੇ ਆਪਣੇ ਗੁਰੂ ਗੋਰਖ ਤੋਂ ਥਾਪੜਾ ਲੈ ਕੇ ਉਹ ਆਲੋਪ ਹੋ ਗਿਆ। ਗੋਹਰ ਗੋਰਖੇ ਹੋ ਅਲਸਾਇ ਕੇ ਕੀਨੀ ਜਾਨ ਚਲ ਜਾਏ, ਜਾਨੇ ਮਨ ਆਨ ਹੈ ਜਾਂ ਕੋ ਤੇਜ ਸੁਭਾਏ। ਪਰ ਗੋਰਖਨਾਥ ਨਾ ਭੇਜ ਕੇ ਮਛਿੰਦਰ ਨਾਥ ਨੂੰ ਖਤਰਾ ਜਿਹਾ ਹਾਸੀ ਹਸੀ ਜਾਏ ਅੰਦਰੋਂ ਅੰਦਰ। ਉਹਨੂੰ ਪਤਾ ਸੀ ਵੀ ਇਹ ਗਰਮ ਬਹੁਤ ਹੈ, ਆਪ ਹੀ ਜਲੀਲ ਜਾ ਹੋ ਕੇ ਆਜੂਗਾ ਸਤਨਾਮ। ਤੇ ਪਤਾ ਹੁੰਦਾ ਸਾਰੇ ਟੱਬਰ ਵੀ ਟੱਬਰ ਦਾ ਫਲਾਣਾ ਬੰਦਾ ਨਾ ਹੰਕਾਰਿਆ ਬੜਾ ਹੈ। ਜਿਹੜਾ ਬੰਦਾ ਕਹੂ ਨਾ ਮੇਰਾ ਗੁੱਸਾ ਬੜਾ ਭੈੜਾ ਹੈ, ਮਾਫ ਕਰਿਓ ਸਿਰੇ ਦਾ ਡਰਪੋਕ ਹੁੰਦਾ ਉਹ। ਵੇਖ ਲਿਓ ਕਦੇ ਪਰਖ ਕੇ, ਜਿਹੜਾ ਬਾਹਰ ਬਦਮਾਸ਼ ਬਣਿਆ ਫਿਰਦਾ ਹੁੰਦਾ ਘਰ ਵਾਲੀ ਸਾਹਮਣੇ ਸਾਈਂ ਨਹੀਂ ਕੱਢਦਾ ਕਰਕੇ। ਇਹ ਸੱਚੀਆਂ ਗੱਲਾਂ ਨੇ ਜੀ। ਹੁਣ ਮਛਿੰਦਰ ਨਾਥ ਇੱਥੇ ਵੱਡੇ ਵੱਡੇ ਦਾਬੇ ਮਾਰ ਕੇ ਗਿਆ, ਸਿੱਧਾ ਨੂੰ ਦਾਬੇ ਮਾਰਦਾ ਰਹਿੰਦਾ। ਜਦੋਂ ਗੁਰੂ ਕੋਲ ਕਹਿ ਕੇ ਚਲੇ ਗਿਆ, ਮਾਂ ਤੇ ਗੁਰੂ ਕੀ ਨਹੀਂ ਜਾਣਦੇ ਹੁੰਦੇ ਸੀ। ਪੁੱਤ ਲੱਖ ਵੱਡੀਆਂ ਵੱਡੀਆਂ ਗੱਲਾਂ ਕਰੇ, ਆਪਣੀ ਘਰ ਵਾਲੀ ਨਾਲ ਬਹਿ ਕੇ ਫੁਗਰੀਆਂ ਮਾਰੇ, ਪਰ ਮਾਂ ਨੂੰ ਪਤਾ ਹੁੰਦਾ ਪੁੱਤਰਾ ਗਲੀ ਚੋਂ ਕੁੱਤਾ ਲੰਘੇ ਨਾ ਤੂੰ ਕੰਧ ਚੜਿਆ ਹੁੰਦਾ, ਗੱਲਾਂ ਏਡੀਆਂ ਕਰਦਾ। ਤੇ ਮਛਿੰਦਰ ਹੱਸੇ, ਕੋਲ ਬੈਠਾ ਲੋਹਾ ਰੀਪਾ ਕਹਿੰਦਾ ਗੁਰੂ ਜੀ ਕੀ ਹੋ ਗਿਆ। ਕਹਿੰਦਾ ਨਹੀਂ ਮੈਂ ਇਹ ਵੇਖਦਾ ਵੀ ਇਹ ਗੁੱਸੇ ਵਾਲਾ ਕੁਛ ਕਰਕੇ ਆਊਗਾ, ਨੁਕਸਾਨ ਕਰਕੇ ਆਊਗਾ। ਇੱਧਰ ਗੁਰੂ ਨਾਨਕ ਪਾਤਸ਼ਾਹ ਉੱਠ ਪਏ ਜੀ ਊਨਾ ਪਰਬਤ ਤੋਂ ਚੱਲਣ ਵਾਸਤੇ। ਅੱਗੇ ਆ ਕੇ ਸਤਿਗੁਰਾਂ ਨੂੰ ਘੇਰ ਲਿਆ। ਕਹਿੰਦਾ ਉਹ ਬਾਲਕੋ ਰੁਕੋ। ਮਰਦ ਹੱਸ ਕੇ ਕਹਿੰਦੇ ਤੈਨੂੰ ਹੀ ਡੀਕਦੇ ਸੀ, ਆਖੋ ਸਤਿਨਾਮ ਆ ਜਾ ਜਰਾ। ਬੜੇ ਅਦਬ ਨਾਲ ਬੁਲਾਇਆ, ਪਰ ਉਹ ਤੇ ਜੀ ਭਖਿਆ ਫਿਰਦਾ ਹੈ। ਜਿਵੇਂ ਗੱਡੀ ਦਾ ਇੰਜਣ ਬਹੁਤਾ ਚੱਲ ਜੇ ਨਾ ਸੀਜ ਮਾਰ ਜਾਂਦਾ ਹੈ, ਧੂੰਆਂ ਕੱਢਦਾ। ਫਿਰ ਕਿਤੇ ਗੱਡੀ ਖੜੀ ਹੋਵੇ, ਲੋਕਾਂ ਬੋਨਟ ਜਾਂ ਚੱਕਿਆ ਹੁੰਦਾ, ਧੂੰਆਂ ਕੱਢਦਾ ਹੁੰਦਾ। ਭਾਈ ਤਾਂ ਭਖਿਆ ਫਿਰਦਾ ਗੁਰੂ ਸਾਹਿਬ ਦੇ ਸਾਹਮਣੇ। ਕੋਈ ਆਦੇਸ਼ ਨਹੀਂ, ਕੋਈ ਕੁਛ ਨਹੀਂ। ਮਰਦ ਕਹਿੰਦੇ ਆਦੇਸ਼ ਆਦੇਸ਼, ਉਹਨੇ ਨਹੀਂ ਕੀਤੀ। ਕਦਾ ਆਦੇਸ਼। ਗੁਰੂ ਸਾਹਿਬ ਟੁੱਟ ਕੇ ਪੈਂਦਾ ਜੀ। ਹੁਣ ਗੁੱਸੇ 'ਚ ਆਇਆ ਬੰਦਾ ਜੀ ਕਹੂਗਾ। ਤੁਸੀਂ ਸੁਣੀ ਤੇ ਚੱਲੋ ਹੋ ਕੀ ਰਿਹਾ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਖੜ ਗਿਆ। ਭਾਈ ਮਰਦਾਨਾ ਕਹਿੰਦਾ ਬਾਬਾ ਹੁਣ ਇਹ ਕੀ ਬਲਾ ਆਇਆ, ਸਤਿਨਾਮ। ਇਹ ਲੱਗਦਾ ਹੀ ਨਹੀਂ ਕਿਸੇ ਪਾਸੇ ਤੋਂ, ਸਿਰ ਤੋਂ ਝਾਟਾ ਖਿਲਾਰੀ ਫਿਰਦਾ ਹੈ, ਬੋਦੇ ਖੁੱਲੇ ਆ ਸਿਰ ਦੀਆਂ। ਗੁੱਸੇ ਜਾ ਕੇ ਜੂੜਾ ਵੀ ਖੁੱਲ ਗਿਆ। ਸਾਹਮਣੇ ਖੜ ਕੇ ਕਹਿੰਦਾ ਆਦੇਸ਼ ਬੋਲ ਆਦੇਸ਼। ਮਰਦ ਕਹਿੰਦੇ ਆਦੇਸ਼ ਇੱਕ ਓੰਕਾਰ ਇੱਕ ਅਕਾਲ, ਹੋਰ ਕਿਸੇ ਨੂੰ ਨਹੀਂ। ਜਿਉਂ ਗਜ ਨਿਜੋਰ ਗਰਭ ਕਰ
ਸਿੰਘ ਜੀਤਨੇ ਚਾਏ। ਇੱਥੇ ਫਿਰ ਭਾਈ ਬਾਲਾ ਸੁਣਾਉਂਦੇ ਆ ਤੇ ਮਹਾਕਵੀ ਭਾਈ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਜੰਗਲ ਦਾ ਰਾਜਾ ਤੇ ਸ਼ੇਰ ਹੁੰਦਾ, ਪਰ ਹਾਥੀ ਨੂੰ ਮਾਣ ਆ ਵੀ ਮੇਰੇ ਕੋਲ ਡਬਲ ਦੰਦ ਲੱਗੇ ਆ, ਮੈਂ ਉੱਚਾ, ਮੇਰੇ ਤੋਂ ਸ਼ੇਰ ਛਾਲ ਨਹੀਂ ਮਾਰ ਸਕਦਾ। ਪਰ ਕਹਿੰਦੇ ਉਹ ਭੋਲਿਆ ਤੂੰ ਦੰਦਾਂ ਦਾ ਕੀ ਕਰੇਗਾ, ਸ਼ੇਰ ਵਿੱਚ ਜਾਨ ਕਿੰਨੀ ਹੈ, ਐਵੇਂ ਆਫਰਿਆ ਫਿਰਦਾ। ਬਸ ਉਹੀ ਚੀਜ਼ ਸੀ, ਕਹਿੰਦੇ ਉਹ ਗੁੱਸੇ 'ਚ ਭਰਿਆ ਗੁਰੂ ਨੇ ਪੱਬ ਮਾਰਤਾ ਨਾ ਵੀ ਮਸ਼ਿੰਦਰਾ ਤੂੰ ਸਿੱਧਾ ਕਰ ਸਕਦਾ ਉਹਨਾਂ ਨੂੰ, ਕਰਕੇ ਆ। ਕਿਉਂ ਕਿਹਾ ਜੀ ਗੋਰਖ ਨੇ? ਕਿਉਂਕਿ ਗੋਰਖ ਨਾ ਪੱਥਰ ਉਲਟਾ ਕਰਦਾ ਸੀ, ਸਿਲਾ ਵੀ ਜੇ ਗੁਰੂ ਨਾਨਕ ਸਾਹਿਬ ਦਬ ਜਾਣ ਉਹ ਤੋਂ ਮਿਲਿਆ ਉਹਨੇ, ਤਾਂ ਕਰਕੇ ਨਾ ਫਿਰ ਆਪਣਾ ਬੰਦਾ ਜਿਹਾ ਭੇਜਦਾ ਵੀ ਆ ਤੂੰ ਜਾ ਕੇ। ਹੁਣ ਮਸ਼ਿੰਦਰ ਨਾਥ ਜਿਹਨੂੰ ਗੋਰਖ ਦਾ ਗੁਰੂ ਦਾ ਥਾਪੜਾ ਹੋਵੇ ਉਹ ਫਿਰ ਘੱਟ ਨਹੀਂ ਗੁਜ਼ਾਰਦਾ। ਮ੍ਰਿਗ ਕੋ ਪਠੈ ਬੰਗਾਰ ਕੇ ਸੋ ਗਮਨਿਓ ਏ ਪਾਏ। ਪਹਿਲਾਂ ਤੇ ਪਰਬਤ ਤੇ ਖੜਾ ਸ਼ਿਵ ਜੀ ਵਾਂਗੂ ਤਾਂਡਵ ਕਰੀ ਜਾਏ, ਕਦੇ ਇੱਧਰ ਨੂੰ ਭੱਜ ਲਿਆ ਕਰੇ, ਜਿਵੇਂ ਰੇਡ ਨਹੀਂ ਪਾਉਂਦੇ ਹੁੰਦੇ ਕਬੱਡੀ ਵੇਖੀ ਹੈ ਨਾ ਤੁਸੀਂ, ਰੇਡ ਪਾਉਣ ਵਾਲਾ ਕਦੇ ਸੱਜੇ ਜੀ ਨੂੰ ਆਉਂਦਾ ਕਦੇ ਖੱਬੇ ਜੀ ਨੂੰ ਆਉਂਦਾ। ਭਾਈ ਮਰਦਾਨਾ ਕਹਿੰਦਾ ਬਾਬਾ ਲੱਛਣ ਜੇ ਕੀ ਕਰਦਾ ਇਹ? ਮਰਦ ਕਹਿੰਦੇ ਵੇਖੀ ਜਾ ਗੁੱਸੇ 'ਚ ਬਹੁਤ ਹੈ, ਇਹ ਸਾਡੇ ਨਾ ਕੰਨੀ ਮੁੰਦਰਾਂ ਪਵਾਉਣ ਆਇਆ ਸਤਿਨਾਮ, ਉਹਦੇ ਥਾਪੀਆਂ ਮਾਰਦਾ ਫਿਰਦਾ ਗੁਰੂ ਸਾਹਿਬ ਨੂੰ ਆ ਕੇ ਪਰਬਤ ਤੇ। ਮਸ਼ਿੰਦਰ ਨਾਥ ਹੈ, ਇਹ ਦੋ ਵੱਡੇ ਨੇ, ਇੱਕ ਗੋਰਖ ਤੇ ਮਸ਼ਿੰਦਰ। ਜਦੋਂ ਵੀ ਸੁਣੋਗੇ ਨਾ ਜਿੱਥੇ ਗੋਰਖਨਾਥ ਦਾ ਨਾਮ ਆਊਗਾ ਉੱਥੇ ਧੂਣੇ ਤੇ ਮਸ਼ਿੰਦਰ ਨਾਥ ਦੀ ਪੂਜਾ ਹੁੰਦੀ ਹੈ। ਮਤਲਬ ਇਹ ਕਹਿ ਲਓ ਵੀ ਇੱਕ ਤੇ ਬ੍ਰਹਮੋਸ ਮਿਜ਼ਾਈਲ ਹੈ ਬਹੁਤ ਵੱਡੀ, ਇੱਕ ਉਹ ਤੋਂ ਛੋਟੀ ਹੈ ਵੀ ਇੱਕ ਤੇ 3000 ਕਿਲੋਮੀਟਰ ਤੇ ਮਾਰ ਕਰਦੀ ਹੈ ਤੇ ਦੂਜੀ 2200 ਕਿਲੋਮੀਟਰ ਤੱਕ ਮਾਰ ਕਰਦੀ, ਉਹ ਮਿਜ਼ਾਈਲ ਹੈ। ਪਰ ਸਾਡੇ ਪੰਜਾਬ 'ਚ ਮਾਫ ਕਰਿਓ ਮਿਸਗਾਈਡਡ ਮਿਸਾਈਲਾਂ ਬਹੁਤ ਨੇ, ਚੱਲਦੀਆਂ ਕਿਸੇ ਪਾਰਟੀ 'ਚ ਨੇ, ਡਿੱਗਦੀਆਂ ਕਿਸੇ ਪਾਸੇ। ਆਖੋ ਸਤਿਨਾਮ। ਇਹ ਵੀ ਨਾਨਾ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆ ਕੇ ਕਹਿੰਦਾ ਏ ਬਾਲਕਾ, ਨਾ ਉਹਨੂੰ ਪਤਾ ਵੀ ਨਾਨਕ ਦਾ ਬਾਜੀ ਨੇ, ਪਰ ਬਾਲਕ ਕਹਿੰਦਾ ਬੱਚੇ, ਕਿਉਂਕਿ ਮਸ਼ਿੰਦਰ ਨਾਥ ਦੀ ਉਮਰ ਵੀ ਹਜ਼ਾਰਾਂ ਸਾਲਾਂ ਦੀ ਹੈ। ਬਿਤ ਆਇਓ ਤਬ ਧਾਏ ਗੁਰੂ ਨਾਨਕ ਸਹਾਇ ਜੈ। ਬਚਨ ਅਲਾਵਾ ਬਾਲੇ ਆਇਓ ਕੋਨ ਕਾਜ ਕੋ। ਕਹਿੰਦੇ ਫਿਰ ਉੱਡਿਆ ਪੰਛੀ ਵਾਂਗੂ, ਕਦੇ ਸੱਜੇ ਕਦੇ ਖੱਬੇ, ਡਰਾਬੇ 'ਚ ਧੰਦਾ ਨਾ ਵੀ ਡਰ ਜਾਣ ਕਰਾਂ ਬਾਤ ਵੇਖ ਕੇ। ਸਾਹਮਣੇ ਆ ਕੇ ਕਹਿੰਦਾ ਬਾਲਕਾ ਕਿੱਥੋਂ ਆਇਆ? ਉਹਨੇ ਜੀ ਥੋੜੀ ਕਹਿਣਾ ਹੈ, ਹੰਕਾਰੀ ਬੰਦੇ ਕੋਲ ਜਾਓ ਹੱਥ ਜੋੜ ਕੇ ਕਹਿੰਦਾ ਓਏ ਕਿੱਧਰ ਮੂੰਹ ਚੱਕਿਆ, ਇੱਥੇ ਕੀ ਕਰਨਾ ਹੈ ਸਾਡੀ, ਚੱਲ ਬਾਹਰ। ਇਹਦੇ ਬੋਲਦੇ ਆ ਗੁਰੂ ਨਾਨਕ ਸਾਹਿਬ ਨੂੰ ਬੋਲੇ ਹੋ ਮਸ਼ਿੰਦਰ ਨਾਥ, ਕਿਉਂਕਿ ਜਮਾਤ ਨੇ ਚੁੱਕਿਆ ਹੋਇਆ, ਨਟ ਬੋਲਟ ਕਸੇ ਹੋਏ ਸਾਰਿਆਂ ਨੇ। ਆ ਕੇ ਕਹਿੰਦਾ ਉਹ ਬਾਲਕਾ ਕਿੱਥੋਂ ਆਇਆ, ਕਿੱਥੇ ਚੱਲਿਆ, ਇੱਥੇ ਤੇਰਾ ਕੀ ਕੰਮ, ਤੂੰ ਕੀ ਕਰਨਾ ਹੈ ਸਵੇਰ ਤੇ, ਤੂੰ ਕਰਕੇ ਬੋਲਦਾ ਗੁਰੂ ਨਾਨਕ ਸਾਹਿਬ। ਪਰ ਵੇਖੋ ਮੇਰੇ ਪਾਤਸ਼ਾਹ ਦੀ ਵਡੱਪਨ, ਉਹਨਾਂ ਦੀ ਨਿਮਰਤਾ, ਇੱਕ ਵੀ ਅਲਫਾਜ਼ ਨਾ ਬੋਲਿਆ। ਸ਼ਕਤੀ ਸੋ ਰਾਖੂ ਕਿਤੋਂ ਨਾਹੀ ਮੋਸੋ ਵਾਕ ਕਹੂੰ। ਸਾਚ ਹੀ ਬਖਾਨੋ यहाँ ਬੋਲੀਏ ਨਾ ਪਾਜ ਕੋ। ਕਹਿੰਦਾ ਇੱਥੇ ਕੋਈ ਪਖੰਡ ਨਾ ਕਰਿਓ, ਭੱਜ ਨਾ ਲਾਇਓ, ਸੱਚ ਬੋਲਿਓ। ਤੁਹਾਡੇ 'ਚ ਕੋਈ ਸ਼ਕਤੀ ਹੈ ਕਿ ਐਵੇਂ ਤੁਰੇ ਫਿਰਦੇ? ਸਤਿਗੁਰਾਂ ਨੂੰ ਕੌੜੇ ਕੌੜੇ ਸ਼ਬਦਾਂ 'ਚ ਬੋਲਦਾ। ਮੈਂ ਫਿਰ ਬਾਰ-ਬਾਰ ਬੇਨਤੀ ਕਰਦਾ ਵੀ ਗੁੱਸੇ 'ਚ ਭਰਿਆ ਬੰਦਾ ਜੀ ਜੂ ਕਿਸੇ ਨੂੰ ਨਹੀਂ ਕਹਿੰਦਾ ਹੁੰਦਾ, ਉਹਦੇ ਫਿਰ ਅਹੰਕਾਰ 'ਚ ਗੁੱਸਾ ਤੇ ਅਹੰਕਾਰ ਇਕੱਠੇ ਹੋ ਜਾਣ, ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ, ਤੇ ਰੱਬ ਨੂੰ ਕੀ ਸਮਝੂ? ਪਰ ਉਹਨੂੰ ਪਤਾ ਵੀ ਨਹੀਂ ਵੀ ਇਹ ਪਰਮਾਤਮਾ ਹੈ। ਬਸ ਜਿਵੇਂ ਗੁਰੂ ਨੇ ਮਿਸਗਾਈਡ ਕਰਕੇ ਭੇਜਤਾ ਉਦਾਂ ਆ ਗਿਆ। ਸਤਿਗੁਰਾਂ ਨੂੰ ਤਾਬੇ ਮਾਰ ਕੇ ਕਹਿੰਦਾ ਨਾਮ ਕੀ ਹੈ? ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ, ਮੁਸਕਰਾਉਂਦੇ ਆ। ਇਹਨੂੰ ਗੁੱਸਾ ਚੜ੍ਹਦਾ ਵੀ ਮੈਂ ਪੁੱਛਦਾ, ਇਹ ਅੱਗੋਂ ਹੱਸਦੇ ਹਨ। ਆਗੇ ਚੱਲਿਓ ਚਾਹੀ ਜੋ ਤੂੰ ਲੀਜੈ ਉਪਦੇਸ਼ ਹਮ। ਜੋਗ ਚਾਹੋ ਜੋਗ ਲੀਜੈ ਨਾ ਤੋ ਲੀਜੈ ਰਾਜ ਕੋ। ਬਾਲਕਾ ਜੇ ਤੂੰ ਅੱਗੇ ਜਾਣਾ ਚਾਹੁੰਦਾ ਨਾ, ਮੈਨੂੰ ਗੁਰੂ ਮੰਨ ਲਾ, ਯੋਗੀ ਬਣ ਜਾ, ਕੰਨਾਂ 'ਚ ਪਾ ਲਾ ਮੁੰਦਰਾ, ਅੱਗੇ ਵੀ ਚਲਿਆ ਜਾਏਗਾ ਤੇ ਮੈਂ ਤੈਨੂੰ ਰਾਜ ਭਾਗ ਵੀ ਦੇ ਦਿਆਂਗਾ। ਸਤਿਨਾਮ। ਗੁੱਸੇ 'ਚ ਵੀ ਬੋਲਦਾ ਤੇ ਲਾਲਚ ਵੀ ਦਿੰਦਾ ਮਸ਼ਿੰਦਰ ਨਾਥ। ਅਜੇ ਇਹਦੀ ਵਾਰੀ ਹੈ, ਇਹ ਤੋਂ ਬਾਅਦ ਫਿਰ ਗੁਰੂ ਸਾਹਿਬ ਦੇ ਜਵਾਬ ਹੋਣਗੇ। ਸਮਾਂ ਸਮਾਪਤ ਹੈ। ਮੈਂ ਇਸੇ ਕਰਕੇ ਕਿਹਾ ਵੀ ਸਿੱਧਾਂ ਦੀ ਕਥਾ ਨਾ ਬੜੀ ਆਨੰਦਮਈ ਹੈ। ਜਦੋਂ ਇਹ ਤੁਸੀਂ ਕਥਾ ਸੁਣੋਗੇ ਤੋਂ ਬਾਅਦ ਕਦੇ ਨਾਨਕ ਮੱਤਾ ਸਾਹਿਬ ਜਾਓਗੇ, ਅਚਲ ਬਟਾਲੇ ਦੀ ਧਰਤੀ ਤੇ ਜਾਓਗੇ, ਬੜੀਆਂ ਥਾਵਾਂ ਨੇ, ਰੀਠਾ ਸਾਹਿਬ ਜਾਓਗੇ, ਇਹ ਦ੍ਰਿਸ਼ ਤੁਹਾਡੀਆਂ ਅੱਖਾਂ ਦੇ ਸਾਹਮਣੇ ਘੁੰਮਣਗੇ। ਵਿਆਹ ਸੁਣਿਆ ਸੀ, ਜਦੋਂ ਸਿੱਧ ਗੋਸ਼ ਦੀ ਬਾਣੀ ਪੜ੍ਹੋਗੇ, 52 ਅੱਖਰ ਹੀ ਪੜ੍ਹੋਗੇ,
ਬੇਅੰਤ ਬਾਣੀਆਂ ਪੜੋਗੇ ਉਦੋਂ ਤੁਹਾਡੇ ਸਾਹਮਣੇ ਦ੍ਰਿਸ਼ ਆਊਗਾ ਤੇ ਉਹ ਬਾਣੀ ਪੜਨ ਦਾ ਆਨੰਦ ਰਸ ਬੇਪਨਾ ਹੋਵੇਗਾ। ਗੁਰੂ ਸਾਹਿਬ ਕਿਰਪਾ ਕਰਨ, ਜੁੜ ਕੇ ਰਸ ਆਨੰਦ ਮਾਣਦੇ ਰਹੀਏ। ਵਾਹਿਗੁਰੂ ਵਾਹਿਗੁਰੂ